Hello students, I am Manisha, your agriculture faculty. Welcome you all on our CBC online platform. Last time guys पटवारी एग्जाम 89 स्टूडेंट्स to 72 स्टूडेंट्स ਦੀ ਸਿਲੈਕਸ਼ਨ ਹੋਈ ਹੈ ਜੋ ਇਸ ਟਾਈਮ ਐਜ਼ ਅ ਪਟਵਾਰੀ ਜੌਬ ਵੀ ਕਰ ਰਹੇ ਆ। ਸੋ ਅੱਜ ਆਪਾਂ ਐਗਰੀਕਲਚਰ ਦੇ ਕੁਝ ਵਨ ਲਾਈਨਰ ਟਾਈਪਸ MCQs ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਰਹਿਣਗੇ। ਓਕੇ, ਆਪਾਂ ਪੂਰੇ ਡਿਟੇਲ ਵਾਈਜ਼ ਗਾਈਜ਼ ਅੱਜ ਜਿਹੜੇ ਵਨ ਲਾਈਨਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ। ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ। ਓਕੇ, ਅਗਰ ਤੁਸੀਂ ਆਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਆਫੀਸ਼ੀਅਲ ਵੈਬਸਾਈਟ 'ਤੇ ਵਿਜ਼ਿਟ ਕਰੋ, ਦੈਟ ਇਜ਼ www.cbcexamguru.in। ਓਕੇ ਗਾਈਜ਼, ਸੋ ਐਜ਼ ਵੀ ਮੂਵ ਯੂ ਸੀ ਆਵਰ ਐਂਡਰੋਇਡ ਐਪ ਦੈਟ ਇਜ਼ CBC ਐਗਜ਼ਾਮ ਗੁਰੂ। ਦੇਖੋ ਇਹ ਐਂਡਰੋਇਡ ਐਪ ਹੈ, ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਐਂਡ ਆਪਣੇ ਸਟੋਰ 'ਤੇ ਵਿਜ਼ਿਟ ਕਰਨਾ, ਉੱਥੇ ਮੌਕ ਟੈਸਟ ਸੀਰੀਜ਼ ਅਵੇਲੇਬਲ ਹੈ ਐਂਡ ਹੋਰ ਜਿਹੜੇ ਹੈ ਕ੍ਰੈਸ਼ ਕੋਰਸਿਸ ਜੋ ਵੀ ਪਟਵਾਰੀ ਦੇ ਚੱਲ ਰਹੇ ਅਵੇਲੇਬਲ ਹੈ, ਤੁਸੀਂ ਐਨਰੋਲ ਕਰ ਸਕਦੇ ਹੋ। ਤੁਸੀਂ ਜੋ ਹੈ ਕੰਟੈਕਟ ਨੰਬਰ ਆਲਸੋ ਮੈਂਸ਼ਨ ਕਾਲ ਕਰਕੇ ਪੁੱਛ ਸਕਦੇ ਹੋ, ਪ੍ਰੋਪਰ ਇਨਫੋਰਮੇਸ਼ਨ ਲੈ ਸਕਦੇ ਹੋ, ਦੈਟ ਇਜ਼ 7814109600 'ਤੇ। ਓਕੇ, ਆਵਰ ਟੈਲੀਗ੍ਰਾਮ ਚੈਨਲ ਦੈਟ ਇਜ਼ CBC ਐਗਜ਼ਾਮ ਗੁਰੂ, ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਉੱਥੇ ਜੋ ਹੈ PDFs ਤੁਹਾਨੂੰ ਅਵੇਲੇਬਲ ਹੋ ਜਾਣਗੀਆਂ ਡੇਲੀ ਦੀਆਂ। ਓਕੇ, ਜੋ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ ਟੈਲੀਗ੍ਰਾਮ ਚੈਨਲ ਦਾ। ਨਾਓ ਮੂਵ ਟੂ ਅਵਰ ਸੈਸ਼ਨ। So our first question, that is the belt of trees or shrubs maintained for the purpose of shelter from wind, sun and snowdrift। ਲਾਈਕ ਇੱਥੇ ਕੋਈ ਕ੍ਰੌਪਸ ਗਰੋ ਹੋਈਆਂ ਹੋਈਆਂ, ਇੱਥੇ ਕ੍ਰੌਪਸ ਗਰੋ ਹੋਈਆਂ, ਠੀਕ ਹੈ। ਇਹਦੇ 'ਚ ਕੀ ਹੁੰਦਾ, ਇੱਥੇ ਜਿਹੜੇ ਹੈ ਇਹਨਾਂ ਨੇ ਬਹੁਤ ਵੱਡੇ ਟਰੀ ਗਰੋ ਕਰਤੇ, ਵੱਡੀ ਹਾਈਟ ਵਾਲੇ। ਓਕੇ, ਇਦੋਂ ਬਾਅਦ ਇੱਥੇ ਠੀਕ ਜਿਹੀ ਹਾਈਟ ਵਾਲੇ ਕਰਤੇ, ਇੱਥੇ ਜਿਹੜੀਆਂ ਛੋਟੇ ਛੋਟੇ ਜਿਹੜੇ ਸ਼ਰਬਸ ਵਗੈਰਾ ਉਹ ਲਾਤੇ, ਠੀਕ ਹੈ। ਤਾਂ ਇੱਥੇ ਜਿਹੜੇ ਸਭ ਤੋਂ ਵੱਡੀ ਹਾਈਟ ਵਾਲੇ, ਫਿਰ ਉਦੋਂ ਛੋਟੀ ਹਾਈਟ ਵਾਲੇ, ਫਿਰ ਉਦੋਂ ਛੋਟੀ ਵਾਲੇ ਜਿਹੜੇ ਲਾਤੇ। ਇੱਧਰ ਵਿੰਡਵਰਡ ਸਾਈਡ ਹੈ, ਇੱਧਰ ਵਿੰਡ ਦੀ ਡਾਇਰੈਕਸ਼ਨ ਹੈ, ਠੀਕ ਹੈ। ਇਹ ਇੱਦਾਂ ਦੇ ਮੈਂ ਕਹਿੰਦੀ ਹਾਂ ਮਤਲਬ ਬੈਲਟ ਆਫ ਟਰੀਜ਼ ਲਗਾਈ ਜਾਂਦੀ ਹੈ। ਸ਼ੈਲਟਰ ਬੈਲਟਸ ਹੁੰਦੀ ਹੈ ਕਿ ਬੈਲਟ ਆਫ ਟਰੀਜ਼ ਜਿਹੜੇ ਹੈ ਲਗਾਏ ਜਾਂਦੇ ਆ। ਟਰੀਜ਼ ਜਾਂ ਸ਼ਰਬਸ ਉਹਨਾਂ ਨੂੰ ਇਸ ਕਰਕੇ ਲਗਾਇਆ ਜਾਂਦਾ ਤਾਂ ਕਿ ਜਿਹੜਾ ਆਪਣੀ ਕਰੋਪ ਹੈ ਉਹਨੂੰ ਪ੍ਰੋਟੈਕਟ ਕਰ ਸਕੇ ਤੇਜ਼ ਹਵਾਵਾਂ ਤੋਂ, ਵਿੰਡਸ ਤੋਂ, ਸਨ ਤੋਂ, ਬਹੁਤ ਜ਼ਿਆਦਾ ਤੇਜ਼ ਜਿਹੜੀਆਂ ਲਾਈਟ ਆ ਉਹਦੇ ਤੋਂ, ਜਾਂ ਸਨੋ ਡਰਿਫਟ ਵਗੈਰਾ ਹੈ ਉਹਨਾਂ ਨੂੰ ਪ੍ਰੀਵੈਂਟ ਕਰਨ ਵਾਸਤੇ ਆਪਾਂ ਉਹਦੇ ਆਸੇ ਪਾਸੇ ਟਰੀਜ਼ ਗਰੋ ਕਰ ਦਿੰਦੇ ਹਾਂ, ਠੀਕ ਹੈ। ਦਿਸ ਇਜ਼ ਨੋਨ ਐਜ਼ ਸ਼ੈਲਟਰ ਬੈਲਟਸ, ਇਹਨਾਂ ਨੂੰ ਸ਼ੈਲਟਰ ਬੈਲਟਸ ਕਹਿੰਦੇ ਆ, ਠੀਕ ਹੈ। ਸੋ ਅਵਰ ਰਾਈਟ ਆਨਸਰ ਇਜ਼ ਦੈਟ ਇਜ਼ ਸ਼ੈਲਟਰ ਬੈਲਟਸ। ਜਿਹੜੇ ਹੈ ਸ਼ੈਲਟਰ ਬੈਲਟਸ ਤੋਂ ਮਤਲਬ ਹੈ ਟਰੀਜ਼ ਆਫ ਬੈਲਟਸ ਆਫ ਟਰੀਜ਼ ਜਾਂ ਸ਼ਰਬਸ ਦੀਆਂ ਲਗਾਈਆਂ ਜਾਂਦੀਆਂ ਜਿਨ੍ਹਾਂ ਤੋਂ ਆਪਾਂ ਪ੍ਰੀਵੈਂਟ ਕਰਵਾਉਂਦੇ ਹਾਂ ਆਪਦੀ ਬਹੁਤ ਜ਼ਿਆਦਾ ਤੇਜ਼ ਵਿੰਡ ਨੂੰ, ਸਨ ਨੂੰ ਜਾਂ ਸਨੋ ਡਰਿਫਟ ਨੂੰ। ਓਕੇ, ਦਿਸ ਇਜ਼ ਸ਼ੈਲਟਰ ਬੈਲਟਸ। ਸੋ ਤੁਸੀਂ ਯਾਦ ਰੱਖਣਾ ਕਿ ਸ਼ੈਲਟਰ ਬੈਲਟਸ ਕੀ ਹੁੰਦਾ। ਆਵਰ ਰਾਈਟ ਆਨਸਰ ਇਜ਼ ਸ਼ੈਲਟਰ ਬੈਲਟ। ਨੈਕਸਟ, a protective plantation in a certain area against strong winds। ਬਹੁਤ ਜ਼ਿਆਦਾ ਪ੍ਰੋਟੈਕਟਿਵ ਪਲਾਂਟੇਸ਼ਨ, ਜਿਹੜੀ ਤੁਸੀਂ ਪਲਾਂਟੇਸ਼ਨ ਇਹ ਹੈ ਕਿ ਤੁਸੀਂ ਟਰੀਜ਼ ਲਗਾਏ ਆ ਕਿਸੇ ਸਰਟਨ ਏਰੀਆ 'ਤੇ ਲਗਾਏ ਆ ਟਰੀਜ਼ ਕੋਈ ਸਟਰੋਂਗ ਜਿਹੜੀਆਂ ਵਿੰਡਸ ਤੋਂ ਪ੍ਰੀਵੈਂਟ ਕਰਨ ਵਾਸਤੇ। ਯੂਜ਼ਲੀ ਕੰਪਰਾਈਜ਼ ਆਫ ਕੁਛ ਰੋਜ਼ ਆਫ ਟਰੀਜ਼ ਜਾਂ ਸ਼ਰਬਸ ਲਾਈਆਂ, ਇਹਨੂੰ ਵਿੰਡ ਬ੍ਰੇਕਰਸ ਕਿਹਾ ਜਾਂਦਾ। ਦੇਖੋ ਵਿੰਡ ਬ੍ਰੇਕਰਸ ਅਤੇ ਸ਼ੈਲਟਰ ਬੈਲਟਸ ਕੀ ਫ਼ਰਕ ਹੈ, ਵੈਸੇ ਤਾਂ ਲਗਾਏ ਇਸੇ ਕਰਕੇ ਹੀ ਜਾਂਦੇ ਆ। ਸ਼ੈਲਟਰ ਬੈਲਟਸ ਹੈ ਵੀ ਆ ਵਿੰਡਸ ਹੈ ਕਿ ਆਪਾਂ ਬਹੁਤ ਜ਼ਿਆਦਾ ਤੇਜ਼ ਹਵਾਵਾਂ ਤੋਂ ਪ੍ਰੀਵੈਂਟ ਕਰਨਾ ਜਾਂ ਜੋ ਸਨਲਾਈਟ ਆਉਂਦੇ ਤੋਂ, ਹੈ ਨਾ। ਤਾਂ ਇਹ ਇਸ ਕਰਕੇ ਲਗਾਏ ਜਾਂਦੇ ਇਹਨਾਂ 'ਚ ਇਹ ਡਿਫਰੈਂਸ ਹੈ। ਸ਼ੈਲਟਰ ਬੈਲਟਸ ਦੇ ਵਿੱਚ ਸਿਰਫ ਟਰੀਜ਼ ਜਾਂ ਸ਼ਰਬਸ ਹੀ ਆ ਸਕਦਾ, ਵਿੰਡ ਬ੍ਰੇਕਰਸ ਦੇ ਵਿੱਚ ਕੋਈ ਹੋਰ ਸਟਰਕਚਰ ਵੀ ਆ ਸਕਦਾ, ਠੀਕ ਹੈ। ਇੱਦਾਂ ਦੀ ਕੋਈ ਹੋਰ ਸਟਰਕਚਰ ਜਿਹੜਾ ਹੈ ਵਿੰਡ ਨੂੰ ਬ੍ਰੇਕ ਕਰ ਦੇਵੇ, ਠੀਕ ਹੈ, ਉਹ ਵੀ ਆ ਜਾਂਦਾ। ਟਰੀਜ਼ ਵੀ ਆ ਜਾਂਦੇ ਆ ਵਿੰਡ ਬ੍ਰੇਕ ਕਰਨ ਵਾਸਤੇ, ਜਾਂ ਕੋਈ ਹੋਰ ਵੀ ਸਟਰਕਚਰ ਆ ਜਾਂਦਾ ਜਿਹੜਾ ਵਿੰਡ ਨੂੰ ਬ੍ਰੇਕ ਕਰੇ, ਕਿਉਂਕਿ ਆਪਣਾ ਇਹਦੇ 'ਚ ਮੋਟਿਵ ਹੈ ਵਿੰਡ ਬ੍ਰੇਕਰ, ਠੀਕ ਹੈ। ਵਿੰਡ ਬ੍ਰੇਕਰ ਉਹ ਹੋਊਗਾ ਜਿਹੜਾ ਵਿੰਡ ਨੂੰ ਬ੍ਰੇਕ ਕਰੇਗਾ ਐਂਡ ਜਿਹੜਾ ਹੈ ਕੁਛ ਹੋਰ ਸਟਰਕਚਰਸ ਵੀ ਆਪਾਂ ਲਗਾ ਸਕਦੇ ਹਾਂ ਵਿੰਡ ਨੂੰ ਬ੍ਰੇਕ ਕਰਨ ਵਾਸਤੇ, ਦੈਟ ਇਜ਼ ਵਿੰਡ ਬ੍ਰੇਕਸ, ਠੀਕ ਹੈ। ਤਾਂ ਜਿਹੜੇ ਹੈ ਆਪਾਂ ਟਰੀਜ਼ ਗਰੋ ਕਰਦੇ ਕੋਈ ਹੋਰ ਕੋਈ ਸਟਰਕਚਰ ਲਗਾਤਾ ਵਿੰਡ ਨੂੰ ਬ੍ਰੇਕ ਕਰਨ ਵਾਸਤੇ, ਨੋਨ ਐਜ਼ ਵਿੰਡ ਬ੍ਰੇਕਰਸ, ਵਿੰਡ ਬ੍ਰੇਕਰ। ਓਕੇ, ਨੈਕਸਟ, ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਊਗਾ। ਐਵਰੀਵਨ ਗॉट ਇਟ। ਰੇਜ਼ਿੰਗ ਆਫ ਫੋਰੈਸਟਸ ਆਫ ਪਬਲਿਕ ਔਰ ਕਮਿਊਨਿਟੀ ਲੈਂਡ। ਤੁਸੀਂ ਫੋਰੈਸਟ ਲਗਾਇਆ, ਫੋਰੈਸਟ ਟਰੀਜ਼ ਗਰੋ ਕੀਤੇ ਆ
ਪਬਲਿਕ ਲੈਂਡ 'ਤੇ ਜਾਂ ਫਿਰ ਕਮਿਊਨਿਟੀ ਲੈਂਡ 'ਤੇ, ਠੀਕ ਹੈ, ਉਹਨੂੰ ਕਹਾਂਗੇ ਆਪਾਂ ਕਮਿਊਨਿਟੀ ਫੋਰੈਸਟਰੀ। ਕਮਿਊਨਿਟੀ ਫੋਰੈਸਟਰੀ ਕੋਈ ਪਬਲਿਕ ਲੈਂਡ ਦੇ ਉੱਪਰ ਤੁਸੀਂ ਗਰੋ ਕੀਤਾ ਜਾਂ ਫਿਰ ਕਮਿਊਨਿਟੀ ਲੈਂਡ ਦੇ ਉੱਪਰ ਗਰੋ ਕੀਤਾ, ਦੈਟ ਇਜ਼ ਨੋਨ ਐਜ਼ ਕਮਿਊਨਿਟੀ ਫੋਰੈਸਟਰੀ। ਤੁਸੀਂ ਫੋਰੈਸਟ ਗਰੋ ਕੀਤਾ ਪਬਲਿਕ ਲੈਂਡ 'ਤੇ ਜਾਂ ਫਿਰ ਕਮਿਊਨਿਟੀ ਲੈਂਡ 'ਤੇ, ਦਿਸ ਇਜ਼ ਨੋਨ ਐਜ਼ ਕਮਿਊਨਿਟੀ ਫੋਰੈਸਟਰੀ। ਕਮਿਊਨਿਟੀ ਫੋਰੈਸਟਰੀ, ਓਕੇ। ਅ ਸੈਲਫ ਸਪੋਰਟਿੰਗ ਕਮਿਊਨਿਟੀ, ਇੱਦਾਂ ਦੀ ਜਿਹੜੀ ਹੈ ਸੈਲਫ ਸਪੋਰਟਿੰਗ ਕਮਿਊਨਿਟੀ, ਪਲਾਂਟਸ ਅਤੇ ਐਨੀਮਲਸ ਦੀ ਉਹ ਇੰਟਰੈਕਟ ਕਰਿੰਦੇ ਇੱਕ ਦੂਜੇ ਨਾਲ, ਠੀਕ ਹੈ। ਕੋਈ ਮਤਲਬ ਇੱਦਾਂ ਦੀ ਕਮਿਊਨਿਟੀ ਹੈ ਜਿੱਥੇ ਪਲਾਂਟਸ ਹੈ, ਐਨੀਮਲਸ ਹੈ, ਉਹਨਾਂ ਦਾ ਇੱਕ ਦੂਜੇ ਨਾਲ ਇੰਟਰੈਕਸ਼ਨ ਹੈ, ਠੀਕ ਹੈ। ਐਂਡ ਦਾ ਨੋਨ ਲਿਵਿੰਗ ਇਨਵਾਇਰਮੈਂਟ, ਕੁਛ ਨੋਨ ਲਿਵਿੰਗ ਚੀਜ਼ਾਂ, ਕੁਛ ਪਲਾਂਟਸ ਐਨੀਮਲਸ ਹੈ, ਕੁਛ ਨੋਨ ਲਿਵਿੰਗ ਇਨਵਾਇਰਮੈਂਟ ਹੈ, ਜਿਹੜਾ ਇੱਕ ਬੈਲੈਂਸਡ ਸਿਸਟਮ ਬਣਾਈ ਜਾਂਦੇ ਆ, ਤਾਂ ਇਹਨੂੰ ਕੀ ਕਿਹਾ ਜਾਂਦਾ, ਈਕੋ ਸਿਸਟਮ। ਮਤਲਬ ਇੱਦਾਂ ਦੀ ਕੋਈ ਕਮਿਊਨਿਟੀ ਜਿਹਦੇ 'ਚ ਪਲਾਂਟਸ ਵੀ ਹੈ, ਐਨੀਮਲਸ ਵੀ ਹੈ, ਐਂਡ ਆਪਾਂ ਕਹਿੰਦੇ ਹਾਂ ਕੁਝ ਨੋਨ ਲਿਵਿੰਗ ਇਨਵਾਇਰਮੈਂਟ ਹੈ, ਠੀਕ ਹੈ, ਔਰ ਉਸ ਇਨਵਾਇਰਮੈਂਟ 'ਚ ਸਭ ਕੁਝ ਬੈਲੈਂਸਡ ਸਿਸਟਮ ਹੈ ਇੱਕ ਤਰ੍ਹਾਂ ਦਾ, ਦਿਸ ਇਜ਼ ਨੋਨ ਐਜ਼ ਈਕੋ ਸਿਸਟਮ। ਬੈਲੈਂਸਡ ਸਿਸਟਮ ਹੈ, ਦਿਸ ਇਜ਼ ਨੋਨ ਐਜ਼ ਈਕੋ ਸਿਸਟਮ, ਈਕੋ ਸਿਸਟਮ, ਓਕੇ। ਨੈਕਸਟ, ਹੀਟਰੋਟ੍ਰੋਪਸ ਫੀਡ ਔਨ ਬੋਥ ਪਲਾਂਟਸ ਐਂਡ ਮੀਟ। ਇੱਦਾਂ ਦੇ ਹੀਟਰੋਟ੍ਰੋਪਸ ਜਿਹੜੇ ਫੀਡ ਕਰਦੇ ਆ, ਪਲਾਂਟਸ ਤੋਂ ਵੀ ਫੀਡ ਕਰਦੇ ਆ, ਮੀਟ ਤੋਂ ਵੀ ਫੀਡ ਕਰਦੇ ਆ, that are known as omnivores। omnivores ਕਿਹੜੇ ਹੁੰਦੇ ਆ, ਹਰਬੀਵੋਰਸ ਉਹ ਹੁੰਦੇ ਆ ਜਿਹੜੇ ਸਿਰਫ ਜਿਹੜੇ ਹੈ ਪਲਾਂਟਸ ਖਾਂਦੇ ਆ, that are known as herbivores। ਕਾਰਨੀਵੋਰਸ ਉਹ ਹੁੰਦੇ ਆ ਜਿਹੜੇ ਫਲੈਸ਼ ਖਾਂਦੇ ਆ, ਮੀਟ ਖਾਂਦੇ ਆ, that are carnivorous। ਐਂਡ ਇੱਦਾਂ ਦੇ ਜਿਹੜੇ ਪਲਾਂਟਸ ਵੀ ਖਾ ਲੈਂਦੇ ਆ ਅਤੇ ਮੀਟ ਵੀ ਖਾ ਲੈਂਦੇ ਆ, that are known as omnivorous। omnivorous ਕਿਹੜੇ ਹੁੰਦੇ ਆ, ਪਲਾਂਟਸ ਅਤੇ ਮੀਟ ਦੋਨੋਂ ਚੀਜ਼ਾਂ ਖਾਂਦੇ ਆ, that are omnivorous। ਨੈਕਸਟ, the plants which produce food themselves through photosynthesis। ਇੱਦਾਂ ਦੇ ਪਲਾਂਟ ਜਿਹੜੇ ਫੂਡ ਪ੍ਰੋਡਿਊਸ ਕਰਦਾ, ਆਪਣੇ ਆਪ ਫੂਡ ਪ੍ਰੋਡਿਊਸ ਕਰਦਾ ਫੋਟੋਸਿੰਥਸਿਸ ਦੇ ਨਾਲ, that are known as phototrophs। ਇੱਦਾਂ ਦੇ ਪਲਾਂਟਸ ਜਿਹੜਾ ਆਪਦਾ ਭੋਜਨ ਖੁਦ ਤਿਆਰ ਕਰ ਲੈਂਦਾ ਵਿਦ ਦਾ ਹੈਲਪ ਆਫ ਸਨਲਾਈਟ ਦੀ ਹੈਲਪ ਨਾਲ, ਐਂਡ ਫੋਟੋਸਿੰਥਸਿਸ ਪ੍ਰੋਸੈਸ ਚਲਾਉਂਦਾ, ਠੀਕ ਹੈ। ਫੋਟੋਸਿੰਥਸਿਸ ਪ੍ਰੋਸੈਸ 'ਚ ਕੀ ਹੁੰਦਾ ਕਿ ਉਹਨੇ ਜਿਹੜਾ ਹੈ ਇੱਕ ਤਰ੍ਹਾਂ ਨਾਲ ਆਕਸੀਜਨ ਅਤੇ ਪਾਣੀ ਲੈ ਕੇ ਐਂਡ ਵਿਦ ਦਾ ਹੈਲਪ ਆਫ ਸਨਲਾਈਟ ਦੇ ਨਾਲ ਉਹਨੇ ਆਪਦਾ ਭੋਜਨ ਨੂੰ ਤਿਆਰ ਕਰ ਲਿਆ, ਠੀਕ ਹੈ। ਗਲੂਕੋਜ਼ ਦੀ ਫੋਰਮ ਦੇ ਵਿੱਚ ਉਹਨੇ ਆਪਦਾ ਫੂਡ ਰੈਡੀ ਕਰ ਲਿਆ, ਤਾਂ ਇਹ ਜਿਹੜਾ ਹੁੰਦਾ ਇੱਦਾਂ ਦੇ ਪਲਾਂਟਸ ਨੂੰ ਕੀ ਕਹਿੰਦੇ ਆ, ਫੋਟੋਟ੍ਰੋਫ। ਜਿਹੜਾ ਫੋਟੋਸਿੰਥਸਿਸ ਦੇ ਹੈਲਪ ਨਾਲ ਆਪਦਾ ਫੂਡ ਤਿਆਰ ਕਰ ਲੈਂਦਾ, ਦੈਟ ਆਰ ਨੋਨ ਐਜ਼ ਫੋਟੋਟ੍ਰੋਫਸ, okay, got it? Now move to next question. Major pollutants that contribute to 90% of global air pollution। ਇੱਦਾਂ ਦਾ pollutant ਜਿਹੜਾ contribute ਕਰਦਾ 90% of global air pollution, ਜਿੰਨਾ ਵੀ air pollution ਹੈ, ਠੀਕ ਹੈ, ਉਹਦੇ 'ਚੋਂ ਜਿਹੜਾ ਹੈ 90% ਉਹ ਗੈਸਾਂ ਕਰਕੇ ਜਿਹੜਾ ਹੈ pollution ਹੈਗਾ, ਦੈਟ ਇਜ਼ ਕਾਰਬਨ ਮੋਨੋਕਸਾਈਡ, ਜਿਹੜਾ ਆਪਣੀ ਵਹੀਕਲਰ ਪੋਲਿਊਸ਼ਨ ਹੈ, ਠੀਕ ਹੈ, ਵਹੀਕਲਸ ਤੋਂ ਨਿਕਲਦੀ ਹੈ। ਨੈਕਸਟ ਇਜ਼ ਕਾਰਬਨ ਡਾਈਆਕਸਾਈਡ, ਠੀਕ ਹੈ, CO ਕਾਰਬਨ ਮੋਨੋਕਸਾਈਡ ਐਂਡ ਕਾਰਬਨ ਡਾਈਆਕਸਾਈਡ, ਇਹ ਦੋ ਇੱਦਾਂ ਦੀਆਂ ਗੈਸਾਂ ਹੈ ਜਿਹੜੀਆਂ 90% ਕੰਟਰੀਬਿਊਟ ਕਰਦੀਆਂ ਆਪਣੇ ਏਅਰ ਪੋਲਿਊਸ਼ਨ ਨੂੰ, ਠੀਕ ਹੈ। ਜੋ ਏਅਰ ਪੋਲਿਊਸ਼ਨ ਹੈ ਉਹਨਾਂ ਦਾ ਕਾਰਨ ਜਿਹੜਾ 90% ਹੈ, ਇਹੀ ਦੋ ਗੈਸਾਂ ਹੈਗੀਆਂ, ਕਿਹੜੀਆਂ, ਕਾਰਬਨ ਮੋਨੋਕਸਾਈਡ ਐਂਡ ਦਾ ਕਾਰਬਨ ਡਾਈਆਕਸਾਈਡ। ਓਕੇ ਗਾਈਜ਼, clear? Everyone got it? Any doubt? ਦੇਖੋ ਗਾਈਜ਼, ਤੁਹਾਨੂੰ PDF ਜੋ ਹੈ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਅਵੇਲੇਬਲ ਹੋ ਜਾਏਗੀ, no worries at all, okay। Now move to next question, that is global warming focuses on an increase in the level of which gas in the atmosphere। ਗਲੋਬਲ ਵਾਰਮਿੰਗ ਹੋ ਜਾਂਦੀ ਹੈ, ਤੁਹਾਨੂੰ ਪਤਾ ਹੈ ਜਿਹੜਾ ਆਪਣਾ ਅਰਥ ਦਾ ਟੈਂਪਰੇਚਰ ਰਾਈਜ਼ ਹੋ ਗਿਆ, ਗਲੋਬਲ ਵਾਰਮਿੰਗ ਹੋ ਗਈ, ਠੀਕ ਹੈ। ਸੇਮ ਗੱਲ ਹੈ ਕਿ ਅਰਥ ਹੈ ਉਹਦਾ ਟੈਂਪਰੇਚਰ ਇਨਕਰੀਜ਼ ਹੋ ਗਿਆ, ਜਿਹਨੂੰ ਕਿਹਾ ਗਿਆ ਕਿ ਗਲੋਬਲ ਵਾਰਮਿੰਗ ਹੋ ਗਈ। ਇਹ ਕਾਹਦੇ ਕਰਕੇ ਹੋਈਆਂ, ਜਿਹੜੀ ਇਨਫਰਾਰੈੱਡ ਰੇਡੀਏਸ਼ਨਸ ਹੈ ਉਹਨਾਂ ਕਰਕੇ ਹੋਈਆਂ, ਉਹ ਬਾਰ ਜਿਹੜੀਆਂ ਰਿਫਲੈਕਟ ਬੈਕ ਕਰੀ ਜਾਂਦੀਆਂ ਆਪਣੇ ਅਰਥ ਦੇ ਨਾਲ, ਇਸ ਕਰਕੇ ਜਿਹੜਾ ਆਪਣਾ ਅਰਥ ਦਾ ਟੈਂਪਰੇਚਰ ਇਨਕਰੀਜ਼ ਹੋ ਗਿਆ। ਔਰ ਉਹਨਾਂ ਨੂੰ ਰਿਫਲੈਕਟ ਬੈਕ ਕਰਵਾ ਕੌਣ ਰਿਹਾ, ਦੈਟ ਆਰ ਗ੍ਰੀਨ ਹਾਊਸ ਗੈਸਿਸ, ਠੀਕ ਹੈ। ਗ੍ਰੀਨ ਹਾਊਸ ਗੈਸਿਸ ਦੈਟ ਕਲੋਰੋਫਲੋਰੋਕਾਰਬਨ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਕਸਾਈਡ, NO2, ਇਹ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਹੈ, ਇਹ ਜਿਹੜਾ ਕਾਰਨ ਹੈ ਸਾਰਾ ਗਲੋਬਲ ਵਾਰਮਿੰਗ ਦਾ।
ਤਾਂ ਜਿਹੜਾ ਹੈ ਗਲੋਬਲ ਵਾਰਮਿੰਗ ਨੇ ਜਿਹੜਾ ਆਪਾਂ ਕਹਿ ਸਕਦੇ ਹਾਂ ਫੋਕਸ ਇਜ਼ ਔਨ ਇਨਕਰੀਜ਼ ਇਨ ਵਿਚ ਗੈਸ ਇਨ ਦ ਐਟਮੋਸਫੇਅਰ। ਗਲੋਬਲ ਵਾਰਮਿੰਗ ਹੋਣ ਨਾਲ ਕਿਹੜੀ ਗੈਸ ਹੈ ਜਿਹੜੀ ਆਪਣੇ ਐਟਮੋਸਫੇਅਰ ਦੇ ਵਿੱਚ ਇਨਕਰੀਜ਼ ਹੋ ਗਈ, ਦੈਟ ਇਜ਼ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਗੈਸ ਦੀ ਜਿਹੜੀ ਮਾਤਰਾ ਹੈ ਆਪਣੀ ਐਟਮੋਸਫੇਅਰ ਦੇ ਵਿੱਚ ਵੱਧ ਚੁੱਕੀ ਹੈ। ਕਾਰਬਨ ਡਾਈਆਕਸਾਈਡ, ਠੀਕ ਹੈ, ਕਾਰਬਨ ਡਾਈਆਕਸਾਈਡ। ਨੈਕਸਟ, ਕਲਰਲੈਸ ਐਂਡ ਆਰਡਰਲੈਸ ਏਅਰ ਪੋਲਿਊਟੈਂਟ। ਏਅਰ ਪੋਲਿਊਟੈਂਟ ਉਹ ਏਅਰ ਪੋਲਿਊਸ਼ਨ ਕੋਜ਼ ਕਰਨ ਵਾਲਾ ਇੱਦਾਂ ਦਾ ਪੋਲਿਊਟੈਂਟ ਜਿਹੜਾ ਕਲਰਲੈਸ ਆ ਐਂਡ ਆਰਡਰਲੈਸ ਹੈ, ਨਾ ਉਹਦੀ ਕੋਈ ਸਮੈਲ ਹੈ ਐਂਡ ਨਾ ਹੀ ਉਹਦਾ ਕੋਈ ਕਲਰ ਹੈ, ਦੈਟ ਇਜ਼ SO2, ਸਲਫਰ ਡਾਈਆਕਸਾਈਡ। ਠੀਕ ਹੈ, SO2 ਇਹ ਹੈ ਇੱਦਾਂ ਦੀ ਕਲਰਲੈਸ ਆਰਡਰਲੈਸ ਏਅਰ ਪੋਲਿਊਟੈਂਟ ਦੇ ਅੰਦਰ ਆਉਂਦਾ। ਠੀਕ ਹੈ, ਸਲਫਰ ਡਾਈਆਕਸਾਈਡ। ਨੈਕਸਟ, ਮੋਸਟ ਪੋਇਜ਼ਨਸ ਪੋਲਿਊਟੈਂਟ ਇਨ ਵਾਟਰ। ਵਾਟਰ ਦੇ ਵਿੱਚ ਸਭ ਤੋਂ ਜ਼ਿਆਦਾ ਪੋਇਜ਼ਨੀਅਸ ਪੋਲਿਊਟੈਂਟ ਕਿਹੜਾ ਹੈ? ਇੱਦਾਂ ਦਾ ਪੋਲਿਊਟੈਂਟ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਪੋਇਜ਼ਨਸ ਹੈ। ਠੀਕ ਹੈ, ਆਪਣੇ ਪਾਣੀ ਦੇ ਵਿੱਚ ਇੱਦਾਂ ਦਾ ਇੱਕ ਪੋਇਜ਼ਨਸ ਪੋਲਿਊਟੈਂਟ ਆ ਰਿਹਾ, ਪੋਇਜ਼ਨਸ ਹੈ ਜਿਹੜਾ ਕਿ ਨੁਕਸਾਨਦਾਇਕ ਹੈ, ਆਪਣੇ ਲਈ ਟੌਕਸਿਕ ਹੈ, ਦੈਟ ਇਜ਼ ਅਰਸੈਨਿਕ। ਅਰਸੈਨਿਕ ਦੀ ਮਾਤਰਾ ਆਪਣੇ ਪਾਣੀ ਦੇ ਵਿੱਚ ਵੱਧ ਰਹੀ ਹੈ। ਠੀਕ ਹੈ, ਜਿਹਦਾ ਕਾਰਨ ਹੈਗਾ ਕਿ ਆਪਣਾ ਪਾਣੀ ਜਿਹੜਾ ਪੋਲਿਊਟ ਹੋ ਰਿਹਾ। ਅਰਸੈਨਿਕ ਦੀ ਅਮਾਊਂਟ ਜਿਹੜੀ ਹੈ ਪਾਣੀ 'ਚ ਵੱਧ ਰਹੀ ਹੈ, ਇੱਕ ਤਰ੍ਹਾਂ ਦਾ ਇਹ ਪੋਇਜ਼ਨੀਅਸ ਟੌਕਸਿਕ ਪੋਲਿਊਟੈਂਟ ਹੈ। ਨੈਕਸਟ, ਮੋਸਟ ਕਾਮਨਲੀ ਯੂਜ਼ਡ ਡਿਸਇਨਫੈਕਟੈਂਟ ਇਨ ਵਾਟਰ। ਇੱਦਾਂ ਦਾ ਕਿਹੜਾ ਡਿਸਇਨਫੈਕਟੈਂਟ ਹੈ ਇਨ ਵਾਟਰ ਪਿਓਰੀਫਿਕੇਸ਼ਨ? ਪਾਣੀ ਨੂੰ ਪਿਓਰ ਕਰਨ ਵਾਸਤੇ, ਵਾਟਰ ਦੀ ਪਿਓਰੀਫਿਕੇਸ਼ਨ ਕਰਨ ਵਾਸਤੇ ਆਪਾਂ ਜਿਹੜਾ ਹੈ ਡਿਸਇਨਫੈਕਟੈਂਟ ਯੂਜ਼ ਕਰਦੇ ਹਾਂ ਕਾਮਨਲੀ, ਦੈਟ ਇਜ਼ ਕਲੋਰੀਨ। ਠੀਕ ਹੈ, ਕਲੋਰੀਨ ਕੀ ਹੈ? ਇੱਦਾਂ ਦਾ ਆਪਾਂ ਕਹਿ ਸਕਦੇ ਹਾਂ ਡਿਸਇਨਫੈਕਟੈਂਟ ਹੈ ਜਿਹੜਾ ਯੂਜ਼ ਕੀਤਾ ਜਾਂਦਾ ਵਾਟਰ ਦੀ ਪਿਓਰੀਫਿਕੇਸ਼ਨ ਕਰਨ ਵਾਸਤੇ। ਪਾਣੀ ਹੈ ਉਹਨੂੰ ਪਿਓਰ ਕਰਨ ਵਾਸਤੇ, ਉਹਦੀ ਪਿਓਰੀਫਿਕੇਸ਼ਨ ਕਰਨ ਵਾਸਤੇ ਇੱਕ ਡਿਸਇਨਫੈਕਟੈਂਟ ਯੂਜ਼ ਹੁੰਦਾ, ਦੈਟ ਇਜ਼ ਕਲੋਰੀਨ। ਵਾਟਰ ਦੀ ਪਿਓਰੀਫਿਕੇਸ਼ਨ ਕਰਨ ਵਾਸਤੇ ਇੱਕ ਆਪਾਂ ਡਿਸਇਨਫੈਕਟੈਂਟ ਯੂਜ਼ ਕਰਦੇ ਹਾਂ, ਦੈਟ ਇਜ਼ ਵਾਟਰ ਪਿਓਰੀਫਿਕੇਸ਼ਨ ਵਾਲਾ, ਦੈਟ ਇਜ਼ ਕਲੋਰੀਨ। ਕਲੋਰੀਨ ਕੀ ਕਰਦਾ? ਪਾਣੀ ਨੂੰ ਪਿਓਰ ਕਰ ਦਿੰਦਾ, ਡਿਸਇਨਫੈਕਟੈਂਟ ਕਰ ਦਿੰਦਾ। ਠੀਕ ਹੈ, ਇਨਫੈਕਸ਼ਨ ਤੋਂ ਉਹਨੂੰ ਛੁਟਕਾਰਾ ਪਵਾ ਦਿੰਦਾ, ਦੈਟ ਇਜ਼ ਨੋਨ ਐਜ਼ ਡਿਸਇਨਫੈਕਟੈਂਟ, ਕਲੋਰੀਨ। ਨੈਕਸਟ, ਆਪਟੀਮਮ ਟਾਈਮ ਫੋਰ ਸੋਇੰਗ ਫੋਰ ਖਰੀਫ ਕ੍ਰੌਪਸ। ਖਰੀਫ ਕ੍ਰੌਪਸ ਕਿਹੜੀਆਂ ਕ੍ਰੌਪਸ ਹੁੰਦੀਆਂ? ਜਿਹੜੀਆਂ ਗਰਮੀ ਵਾਲੀਆਂ ਕ੍ਰੌਪਸ ਹੁੰਦੀਆਂ ਉਹਨੂੰ ਆਪਾਂ ਖਰੀਫ ਕ੍ਰੌਪਸ ਕਹਿੰਦੇ ਹਾਂ, ਜਿਹਨਾਂ ਨੂੰ ਜ਼ਿਆਦਾ ਟੈਂਪਰੇਚਰ ਚਾਹੀਦਾ ਹੁੰਦਾ ਆਪਦੀ ਗਰੋਥ ਵਾਸਤੇ। ਠੀਕ ਹੈ, ਤਾਂ ਇਹ ਜਿਹੜੀਆਂ ਕ੍ਰੌਪਸ ਹੁੰਦੀਆਂ ਮੇਨਲੀ ਜੂਨ ਜੁਲਾਈ ਦੇ ਵਿੱਚ ਲੱਗਦੀਆਂ ਐਂਡ ਅਕਤੂਬਰ ਨਵੰਬਰ ਦੇ ਵਿੱਚ ਇਹਨਾਂ ਨੂੰ ਜਿਹੜਾ ਪੱਟਿਆ ਜਾਂਦਾ। ਠੀਕ ਹੈ, ਇਹ ਜਿਹੜੀਆਂ ਹੁੰਦੀਆਂ ਖਰੀਫ ਕ੍ਰੌਪਸ ਹੁੰਦੀਆਂ, ਐਗਜ਼ਾਮਪਲਸ ਇਹਨਾਂ ਦੀ ਰਾਈਸ ਹੋ ਗਿਆ, ਗਰਾਊਂਡਨਟ ਹੋ ਗਿਆ, ਕੋਟਨ ਹੋ ਗਿਆ, ਇਹ ਜਿਹੜੀਆਂ ਕ੍ਰੌਪਸ ਹੈ ਖਰੀਫ ਕ੍ਰੌਪਸ ਹੈ। ਓਕੇ, ਆਪਟੀਮਮ ਟਾਈਮ ਫੋਰ ਰੱਬੀ ਕ੍ਰੌਪਸ। ਰੱਬੀ ਕ੍ਰੌਪਸ ਜਿਹੜਾ ਹੈ ਇਹ ਕਦੋਂ ਗਰੋ ਕੀਤੀਆਂ ਜਾਂਦੀਆਂ? ਇਹਨਾਂ ਦਾ ਆਪਟੀਮਮ ਟਾਈਮ ਕਿਹੜਾ ਹੈਗਾ ਸੋਇੰਗ ਦਾ ਰੱਬੀ ਕ੍ਰੌਪਸ ਦਾ? ਦੈਟ ਇਜ਼ ਲਾਸਟ ਵੀਕ ਆਫ ਅਕਤੂਬਰ ਟੂ ਫਸਟ ਵੀਕ ਆਫ ਨਵੰਬਰ। ਠੀਕ ਹੈ, ਅਕਤੂਬਰ ਦੇ ਲਾਸਟ 'ਤੇ ਜਾ ਕੇ ਜਾਂ ਨਵੰਬਰ ਦੇ ਸ਼ੁਰੂ ਦੇ ਵਿੱਚ ਇਹਨਾਂ ਕ੍ਰੌਪਸ ਜਿਹੜੀਆਂ ਰੱਬੀ ਕ੍ਰੌਪਸ ਹੁੰਦੀਆਂ ਇਹਨਾਂ ਨੂੰ ਬੀਜਿਆ ਜਾਂਦਾ। ਇਹਨਾਂ ਕ੍ਰੌਪਸ ਨੂੰ ਆਪਦੀ ਗਰੋਥ ਵਾਸਤੇ ਜਿਹੜਾ ਹੈ ਠੰਡਾ ਟੈਂਪਰੇਚਰ, ਲੋ ਟੈਂਪਰੇਚਰ ਚਾਹੀਦਾ ਹੁੰਦਾ। ਇਹ ਸਰਦੀਆਂ ਵਾਲੀਆਂ ਕ੍ਰੌਪਸ ਆ ਔਰ ਜਿਹੜਾ ਹੈ ਇਹਨਾਂ ਦਾ ਹਾਰਵੈਸਟਿੰਗ ਟਾਈਮ ਮਾਰਚ ਅਪ੍ਰੈਲ ਦੇ ਵਿੱਚ ਜਿਹੜਾ ਇਹਨਾਂ ਦੀ ਹਾਰਵੈਸਟਿੰਗ ਕੀਤੀ ਜਾਂਦੀ ਹੈ ਜਿਹੜੀਆਂ ਰੱਬੀ ਕ੍ਰੌਪਸ 'ਤੇ। ਠੀਕ ਹੈ, ਰੱਬੀ ਕ੍ਰੌਪਸ ਹੁੰਦੀਆਂ ਇਹਨਾਂ ਦੀ ਹਾਰਵੈਸਟਿੰਗ ਜਿਹੜੀ ਹੈ ਮਾਰਚ ਅਪ੍ਰੈਲ ਦੇ ਵਿੱਚ ਹੁੰਦੀ ਹੈ। ਔਰ ਐਗਜ਼ਾਮਪਲ ਇਹਨਾਂ ਦੀ ਕ੍ਰੌਪਸ ਦੀ ਗੱਲ ਕਰੀਏ ਤਾਂ ਦੈਟ ਇਹਨਾਂ 'ਚ ਵੀਟ ਆ ਗਿਆ, ਓਕੇ, ਕਣਕ ਆ ਗਈ, ਗ੍ਰਾਮ ਆ ਗਏ, ਛੋਲੇ, ਠੀਕ ਹੈ, ਬਾਰਲੇ ਆ ਗਿਆ, ਜਿਉਂ ਐਂਡ ਮਸਟਰਡ ਆ ਗਿਆ, ਸਰੋਂ। ਇਹ ਕ੍ਰੌਪਸ ਦੀਆਂ ਇਹਨਾਂ ਦੀਆਂ ਐਗਜ਼ਾਮਪਲਸ ਹੈ। ਓਕੇ, ਵੀਟ, ਗ੍ਰਾਮ, ਬਾਰਲੇ ਐਂਡ ਮਸਟਰਡ, ਇਹ ਕੁਛ ਐਗਜ਼ਾਮਪਲਸ ਹੈ ਜੋ ਰੱਬੀ ਕ੍ਰੌਪਸ ਦੀਆਂ ਐਗਜ਼ਾਮਪਲਸ ਹੈ ਜਿਹੜੀਆਂ ਕ੍ਰੌਪਸ ਨੂੰ ਠੰਡਾ ਟੈਂਪਰੇਚਰ ਚਾਹੀਦਾ ਹੁੰਦਾ। ਸੋਇੰਗ ਟਾਈਮ ਇਹਨਾਂ ਦਾ ਜਿਹੜਾ ਹੈਗਾ ਅਕਤੂਬਰ ਨਵੰਬਰ ਹੈ, ਅਕਤੂਬਰ ਲਾਸਟ ਟੂ ਨਵੰਬਰ ਸਟਾਰਟਿੰਗ, ਐਂਡ ਇਹਨਾਂ ਦਾ ਜਿਹੜਾ ਹਾਰਵੈਸਟਿੰਗ ਟਾਈਮ ਹੈ ਅਪ੍ਰੈਲ ਹੈ। ਠੀਕ ਹੈ, ਮਾਰਚ ਟੂ ਅਪ੍ਰੈਲ ਜਿਹੜਾ ਇਹਨਾਂ ਦਾ ਹਾਰਵੈਸਟਿੰਗ ਟਾਈਮ ਹੁੰਦਾ। ਓਕੇ, so that's it guys. Now move to next question. Optimum depth of sowing of most of the field crops.
ਜਿਹੜੀਆਂ ਮੋਸਟ ਆਫ ਦੀ ਫੀਲਡ ਕ੍ਰੋਪਸ ਹੈ, ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਕ੍ਰੋਪਸ ਹੈ ਉਹਨਾਂ ਨੂੰ ਇੰਨਾ ਡੂੰਘਾ ਹੀ ਬੀਜਿਆ ਜਾਂਦਾ। ਓਪਟੀਮਮ ਡੈਪਥ ਕਿੰਨੀ ਹੈ, ਕਈ ਹੁੰਦਾ ਬਹੁਤ ਜ਼ਿਆਦਾ ਡੂੰਘਾ, ਕਈ ਜਿਹੜਾ ਬਹੁਤ ਸ਼ੈਲੋ ਉੱਤੇ। ਵੈਸੇ ਅਗਰ ਆਪਾਂ ਨੋਰਮਲ ਗੱਲ ਕਰੀਏ ਤਾਂ ਓਪਟੀਮਮ ਕਿੰਨਾ ਡੂੰਘਾ ਜਿਹੜਾ ਹੈ ਸੋਇੰਗ ਕੀਤੀ ਜਾਂਦੀ ਹੈ ਫੀਲਡ ਕ੍ਰੋਪਸ ਦੀ, ਦੈਟ ਇਜ਼ 3 to 5 ਸੈਂਟੀਮੀਟਰ। 3 ਤੋਂ 5 ਸੈਂਟੀਮੀਟਰ ਜਿਹੜਾ ਹੈ ਡੂੰਘਾ ਕ੍ਰੋਪਸ ਨੂੰ ਬੀਜਿਆ ਜਾਂਦਾ, ਫੀਲਡ ਕ੍ਰੋਪਸ ਨੂੰ, ਦੈਟ ਇਜ਼ 3 to 5 ਸੈਂਟੀਮੀਟਰ ਓਪਟੀਮਮ ਡੈਪਥ ਆਫ ਸੋਇੰਗ ਆਫ ਮੋਸਟ ਆਫ ਦਾ ਫੀਲਡ ਕ੍ਰੋਪਸ। ਕਿੰਨੀ ਡੈਪਥ 'ਤੇ ਬੀਜਿਆ ਜਾਂਦਾ? 3 ਤੋਂ 5 ਸੈਂਟੀਮੀਟਰ ਡੈਪਥ 'ਤੇ ਇਹਨਾਂ ਨੂੰ ਬੀਜਿਆ ਜਾਂਦਾ। ਓਕੇ, which of the following crop geometry ensures uniform solar radiations availability to crop? ਇਹਨਾਂ 'ਚੋਂ ਕਿਹੜੀ crop ਦੀ ਜਿਓਮੈਟਰੀ ਹੈ ਜਿਹੜਾ ਕੀ ਇਨਸ਼ੋਰ ਕਰਦਾ ਕਿ ਇੱਕ ਤਰ੍ਹਾਂ ਨਾਲ ਯੂਨੀਫਾਰਮ ਸੋਲਰ ਰੇਡੀਏਸ਼ਨਸ ਆਉਂਦੀਆਂ ਉਹਦੇ 'ਤੇ, ਠੀਕ ਹੈ। ਕ੍ਰੋਪ 'ਤੇ ਇਕੁਅਲ ਬੈਲੈਂਸਡ ਫੋਰਮ ਦੇ ਵਿੱਚ ਆਪਾਂ ਕਵਾਂਗੇ ਯੂਨੀਫਾਰਮ, ਕਵਾਂਗੇ ਕਿ ਯੂਨੀਫਾਰਮਲੀ ਸਾਰੀਆਂ ਜਿਹੜੇ ਟਰੀਜ਼ ਹੋਣਗੇ ਉਹਨਾਂ ਉੱਪਰ ਜਿਹੜੀਆਂ ਪ੍ਰੋਪਰ ਜਿਹੜੀਆਂ ਸੋਲਰ ਰੇਡੀਏਸ਼ਨਸ ਆ, ਸਨਲਾਈਟ ਪਏਗੀ, ਦੈਟ ਇਜ਼ ਸਕੇਅਰ ਸਿਸਟਮ ਆਫ ਪਲਾਂਟਿੰਗ ਦਿਸ ਟਾਈਪ, ਠੀਕ ਹੈ। ਇਹ ਸਕੇਅਰ ਸਿਸਟਮ ਆਫ ਪਲਾਂਟਿੰਗ ਹੁੰਦਾ ਦਿਸ ਵਨ, ਕਿ ਇੱਦਾਂ ਕਰਕੇ ਜਿਹੜਾ ਹੈ ਆਪਾਂ ਬਾਗ ਦੇ ਵਿੱਚ ਲਾਇਆ ਜਾਂਦਾ। ਸਕੇਅਰ ਸਿਸਟਮ ਆਫ ਪਲਾਂਟਿੰਗ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਕਿ ਸਕੇਅਰ ਬਣਾ ਕੇ ਜਿਹੜੀ ਹੈ ਪੂਰੇ ਬਾਗ ਦੇ ਵਿੱਚ ਪਲਾਂਟਿੰਗ ਕੀਤੀ ਜਾਂਦੀ ਹੈ, ਠੀਕ ਹੈ। ਇਹ ਕ੍ਰੋਪ ਜਿਓਮੈਟਰੀ ਆ ਕਿ ਪ੍ਰੋਪਰ ਜਿਹੜੀ ਹੈ ਅਵੇਲੇਬਿਲਿਟੀ ਕ੍ਰੋਪ ਨੂੰ ਵੀ ਯੂਨੀਫਾਰਮ ਅਵੇਲੇਬਿਲਿਟੀ ਹੁੰਦੀ ਆ ਜਿਹੜੀ ਕ੍ਰੋਪ ਨੂੰ, ਠੀਕ ਹੈ। ਸਾਰੇ ਜਿਹੜੇ ਹੈ ਸਨਰੇਜ਼ ਇਕੁਅਲ ਅਮਾਊਂਟ ਦੇ ਵਿੱਚ ਜਿਹੜੀਆਂ ਕ੍ਰੋਪ ਨੂੰ ਮਿਲਦੀਆਂ, ਦੈਟ ਯੂਨੀਫਾਰਮ ਅਵੇਲੇਬਿਲਿਟੀ ਹੁੰਦੀ ਆ। ਇਹ ਕਿਹੜਾ ਹੁੰਦਾ? ਸਕੇਅਰ ਸਿਸਟਮ ਆਫ ਕ੍ਰੋਪਿੰਗ, ਸਕੇਅਰ। Next, the optimum range of available soil moisture for convenient and effective plowing. ਆਪਾਂ ਨੂੰ ਕਿੰਨਾ optimum range ਦਾ ਮੋਇਸਚਰ ਹੋਣਾ ਚਾਹੀਦਾ, ਅਵੇਲੇਬਲ ਸੋਇਲ ਮੋਇਸਚਰ ਹੋਣਾ ਚਾਹੀਦਾ ਤਾਂ ਕਿ ਆਪਾਂ ਅੱਛੀ ਤਰੀਕੇ ਨਾਲ ਕਨਵੀਨੀਐਂਟ ਐਂਡ ਐਫੀਸ਼ੀਐਂਟ ਤਰੀਕੇ ਨਾਲ ਪਲਾਇੰਗ ਕਰ ਸਕੀਏ। ਮਤਲਬ ਹੈ ਕਿ ਸਾਡੇ ਸੋਇਲ ਦੇ ਵਿੱਚ ਕਿੰਨਾ ਕੁ % ਪਾਣੀ ਹੋਣਾ ਚਾਹੀਦਾ ਜਦੋਂ ਆਪਾਂ ਜ਼ਮੀਨ ਦੀ ਵਾਹੀ ਕਰਨੀ ਹੈ, ਐਂਡ ਜ਼ਮੀਨ ਨੂੰ ਵਾਹੀ ਕਰਕੇ ਆਪਾਂ ਉਹਨੂੰ ਜਿਹੜਾ ਹੈ ਸੀਡ ਲਾਉਣ ਦੇ ਕਾਬਿਲ ਕਰਨਾ, ਠੀਕ ਹੈ। ਉਹਦੀ ਮਤਲਬ ਆਪਾਂ ਬੀ ਲਾਉਣ ਤੋਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਉਹਦੇ 'ਚ ਕਿੰਨਾ ਸੋਇਲ 'ਚ ਮੋਇਸਚਰ ਹੋਣਾ ਚਾਹੀਦਾ ਕਿ ਆਪਾਂ ਉਹਦੀ ਵਧੀਆ ਤਰੀਕੇ ਨਾਲ ਉਹਦੀ ਵਾਹੀ ਕਰ ਸਕੀਏ ਜ਼ਮੀਨ ਦੀ, ਦੈਟ ਇਜ਼ 50 to 75% ਉਹਦੇ ਦੇ ਵਿੱਚ ਜਿਹੜਾ ਹੈ ਮੋਇਸਚਰ ਦੀ ਰੇਂਜ ਹੋਣੀ ਚਾਹੀਦੀ ਆ। ਉਹਦੇ ਨਾਲ ਕੀ ਆ, ਬਹੁਤ ਅੱਛੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਇਫੈਕਟਿਵ ਪਲੋਇੰਗ ਹੁੰਦੀ ਹੈ, ਠੀਕ ਹੈ। ਵਧੀਆ ਤਰੀਕੇ ਨਾਲ ਉਹਦੀ ਵਾਹੀ ਕਰਨ ਵਾਸਤੇ ਆਪਾਂ 50 ਤੋਂ 75% ਕਹਿ ਸਕਦੇ ਹਾਂ ਕਿ ਉਹਦੇ 'ਚ ਪਾਣੀ ਜਿਹੜਾ ਹੈ ਹੋਣਾ ਚਾਹੀਦਾ, ਠੀਕ ਹੈ। 50 to 75% ਜਿਹੜਾ ਹੈ ਪਾਣੀ ਦੀ ਮਾਤਰਾ ਉਹਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਆਪਣੀ ਅੱਛੀ ਤਰੀਕੇ ਨਾਲ ਜ਼ਮੀਨ ਦੀ ਵਾਹੀ ਹੋ ਸਕੇ। ਆਈ ਹੋਪ ਗਾਈਜ਼ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਤੁਸੀਂ ਹਰ ਕੁਐਸਚਨ ਨੂੰ ਗਾਈਜ਼ ਅੱਛੇ ਤਰੀਕੇ ਨਾਲ ਕਾਪੀ 'ਤੇ ਨੋਟ ਕਰ ਲੈਣਾ। ਤੁਹਾਡੇ ਐਗਜ਼ਾਮ ਓਰੀਐਂਟਿਡ ਕੁਐਸਚਨਸ ਹੈ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ। ਤੁਸੀਂ ਗਾਈਜ਼ ਜਦੋਂ ਤੁਹਾਡਾ ਪੇਪਰ ਆਉਣ ਵਾਲਾ ਹੋਇਆ ਸਾਰੇ ਕੁਐਸਚਨ ਜੋ ਵੀ MCQ ਸੀਰੀਜ਼ ਚੱਲ ਰਹੀਆਂ ਤੁਸੀਂ ਉਹਨਾਂ ਨੂੰ ਗੋ ਥਰੂ ਜ਼ਰੂਰ ਕਰਕੇ ਜਾਣਾ ਹੈ ਕਿਉਂਕਿ ਮੈਕਸੀਮਮ ਕੁਐਸਚਨ ਇਹਨਾਂ 'ਚ ਬਣ ਸਕਦੇ ਆ, ਠੀਕ ਹੈ। ਐਗਜ਼ਾਮ ਓਰੀਐਂਟਿਡ ਤੁਹਾਡੇ ਜਿਹੜੇ ਹੈ ਸਪੈਸੀਫਿਕਲੀ ਜੋ ਵੀ ਟੋਪਿਕਸ ਆਣਾ ਉਹਦੇ ਓਰੀਐਂਟਿਡ ਕੁਐਸਚਨਸ ਚੱਲ ਰਹੇ ਆ। Okay, so now move to next question. Next is an ideal condition of soil for crop growth. crop ਦੀ growth ਕਰਨ ਵਾਸਤੇ ਆਪਾਂ ਨੂੰ ਕਿੱਦਾਂ ਦੀ ਜਿਹੜੀ ਆ ਆਈਡੀਅਲ ਕੰਡੀਸ਼ਨ ਚਾਹੀਦੀ ਹੁੰਦੀ ਹੈ ਸੋਇਲ ਦੇ ਵਿੱਚ, ਠੀਕ ਹੈ। ਆਪਾਂ ਅੱਛੇ ਤਰੀਕੇ ਨਾਲ ਸੀਡ ਬੈੱਡ ਪ੍ਰਿਪੇਅਰ ਕਰਨਾ, ਜਿਹੜਾ ਤੁਸੀਂ ਅਗਰ ਵਧੀਆ ਕੰਡੀਸ਼ਨ ਚਾਹੁੰਦੇ ਹੋ ਸੋਇਲ ਦੀ ਤਾਂ ਕਿ ਕਰੋਪ ਦੀ ਗਰੋਥ ਹੋਵੇ, ਤੁਸੀਂ ਬੀ ਲਾਉਣਾ ਅੱਛਾ, ਉਹਦੇ 'ਚ ਬੀ ਜਿਹੜਾ ਹੈ ਪੁੰਗ ਰਹੇ, ਠੀਕ ਹੈ, ਉਹਦੀ ਜਰਮੀਨੇਸ਼ਨ ਵਧੀਆ ਹੋਵੇ, ਬਾਅਦ 'ਚ ਕਰੋਪ ਸਟੈਂਡ ਅੱਛਾ ਹੋਵੇ, ਦੈਨ ਆਪਾਂ ਕਹਿੰਦੇ ਝਾੜ ਵਧੀਆ ਨਿਕਲੇ। ਤਾਂ ਉਹਦੇ ਵਾਸਤੇ ਤੁਸੀਂ ਕੀ ਹੈ ਜਿਹੜਾ ਤੁਸੀਂ ਸੀਡ ਬੈੱਡ ਪ੍ਰਿਪੇਅਰ ਕਰਨਾ ਨਾ, ਜਿੱਥੇ ਤੁਸੀਂ ਆਪਾਂ ਲਗਾਉਂਦੇ ਹਾਂ ਕਿ ਤੁਸੀਂ ਜ਼ਮੀਨ ਦੀ ਅੱਛੀ ਤਰੀਕੇ ਨਾਲ ਵਾਹੀ ਕਰਕੇ ਬਾਅਦ ਸੀਡ ਬੈੱਡ ਬਣਾਏ ਜਾਂਦੇ ਆ, ਤਾਂ ਸੀਡ ਬੈੱਡ ਵਧੀਆ ਤਰੀਕੇ ਨਾਲ ਜਿਹੜਾ ਪ੍ਰਿਪੇਅਰ ਕਰਨਾ ਤਾਂ ਕਿ ਤੁਹਾਡੀ ਇਹ ਵਧੀਆ ਕਰੋਪ ਦੀ ਗਰੋਥ ਹੋ ਸਕੇ। Okay, so our answer is seed bed. Next, ਕਨਵੈਂਸ਼ਨਲ ਟਿਲੇਜ ਇਨਵੋਲਵਸ, ਠੀਕ ਹੈ। ਟਿਲੇਜ ਹੁੰਦੀ ਹੈ ਕਿ ਜ਼ਮੀਨ ਨੂੰ ਇਸ ਤਰੀਕੇ ਨਾਲ ਵਾਹਣਾ ਕਿ ਉਹਦੀਆਂ ਕੰਡੀਸ਼ਨਸ ਉਹਦੇ 'ਚ ਇੱਦਾਂ ਦੀਆਂ ਫਿਜ਼ੀਕਲ ਕੰਡੀਸ਼ਨਸ ਕ੍ਰੀਏਟ ਹੋ ਜਾਣ ਤਾਂ ਕਿ ਉਹ ਅੱਛਾ ਆਪਣਾ ਜਿਹੜਾ ਹੈ ਕਰੋਪ ਦੀ ਗਰੋਥ ਹੋਵੇ, ਅੱਛਾ ਕਰੋਪ ਸਟੈਂਡ ਹੋਵੇ, ਵਧੀਆ ਜਿਹੜਾ ਸੀਡ ਦੀ ਜਰਮੀਨੇਸ਼ਨ ਹੋਵੇ ਐਂਡ ਉਹਦਾ ਝਾੜ ਵੱਧਦਾ ਹੋਵੇ। ਤਾਂ ਤੁਸੀਂ ਇਹਦੇ 'ਚ ਅਲੱਗ-ਅਲੱਗ ਆਪਣੇ ਜਿਹੜੇ ਟਿਲੇਜਿਸ ਆਈਆਂ ਹੋਈਆਂ, ਕੁਛ ਮਿਨੀਮਮ ਟਿਲੇਜ ਦੇ ਅੰਦਰ ਆਉਂਦਾ, ਕੁਛ ਜ਼ੀਰੋ ਟਿਲੇਜ ਹੁੰਦੀ ਆ, ਇੱਕ ਹੁੰਦੀ ਹੈ ਕੰਜ਼ਰਵੇਸ਼ਨ ਟਿਲੇਜ। 3 ਤਰ੍ਹਾਂ ਦੀਆਂ ਟਿਲੇਜ ਪਾਈਆਂ ਜਾਂਦੀਆਂ। ਜਿਹੜੀ ਕਨਵੈਂਸ਼ਨਲ ਟਿਲੇਜ ਹੈ,
ठीक है, दैट इज़ मिनिमम टिलेज, बहुत घੱਟ टिलेज, जीरो टिलेज ਆਪਾਂ टिलेज करने ही नहीं। एंड कंजरवेशन टिलेज ਜਿਹੜਾ ਉੱਪਰ ਆਪਾਂ ऑर्गेनिक मैटर स्टबल्स वगैरह ਉਹਦੇ ਜਿਹੜਾ ਹੈ ਕ੍ਰੌਪ ਰੈਸੀਡਿਊ ਪਿਆਰ ਹੈ ਨਾ ਜਿਹੜਾ ਐਜ਼ ਅ ਕੰਜ਼ਰਵੇਟਿਵ ਕੰਜ਼ਰਵ ਕਰਨ ਵਾਸਤੇ ਜ਼ਮੀਨ ਨੂੰ ਸੋਇਲ ਇਰੋਜ਼ਨ ਤੋਂ ਪ੍ਰੀਵੈਂਟ ਕਰਾਉਣ ਵਾਸਤੇ ਉਹਦੇ ਤੋਂ ਐਂਡ ਜਾਂ ਫਿਰ ਸੋਇਲ ਮੋਇਸਚਰ ਨੂੰ ਪ੍ਰੀਵੈਂਟ ਕਰਾਉਣ ਵਾਸਤੇ ਉੱਤੇ ਰਹੇ, ਤਾਂ ਦੈਟ ਇਜ਼ ਕੰਜ਼ਰਵੇਸ਼ਨ ਟਿਲੇਜ। ਇਹਦੇ ਫਰਦਰ ਕੁਐਸਚਨਸ ਤਿੰਨਾਂ ਦੇ ਉੱਪਰ ਬੇਸ 'ਤੇ ਆਪਾਂ ਮੈਂ ਪਾਏ ਹੋਏ ਆ, ਡਿਜ਼ਾਈਨ ਕੀਤੇ ਆ ਕਿ ਮਿਨੀਮਮ ਟਿਲੇਜ ਕੀ ਹੁੰਦਾ, ਜ਼ੀਰੋ ਕੀ ਹੁੰਦਾ ਐਂਡ ਕੰਜ਼ਰਵੇਸ਼ਨ ਟਿਲੇਜ ਕੀ ਹੁੰਦਾ। ਠੀਕ ਹੈ, ਆਪਾਂ ਦੇਖਦੇ ਹਾਂ ਨੈਕਸਟ ਅੱਗੋਂ ਜਿਹੜੇ ਇੱਦਾਂ ਦੇ ਬੇਸ 'ਤੇ ਜਿਹੜੇ ਤਿੰਨਾਂ ਦੇ ਬੇਸ 'ਤੇ ਕੁਐਸਚਨਸ ਆਪਾਂ ਨੂੰ ਜ਼ਰੂਰ ਮਿਲਣਗੇ। ਓਕੇ, next, that is 19th question. The tillage aims to reduce tillage to the minimum necessary, ਕਿ ਤੁਸੀਂ tillage ਜਿਹੜੀ ਹੈ ਜ਼ਮੀਨ ਦੀ ਵਾਈ ਇੰਨੀ ਘਟਾ ਦੇਣੀ ਹੈ ਕਿ ਇੰਨੀ ਮਿਨੀਮਮ ਨੈਸੈਸਰੀ ਕਿ ਜਿੰਨੀ ਜ਼ਰੂਰਤਮੰਦ ਹੈ ਬਸ ਓਨੀ ਕਰਨੀ ਹੈ, ਜ਼ਿਆਦਾ ਨਹੀਂ ਕਰਨੀ। ਮਿਨੀਮਮ ਨੈਸੈਸਰੀ ਫॉर इंश्योरिंग अ ਗੁੱਡ ਸੀਡ ਬੈੱਡ, ਕਿ ਅੱਛਾ ਆਪਣਾ ਸੀਡ ਬੈੱਡ ਪ੍ਰਿਪੇਅਰ ਹੋ ਸਕੇ ਤਾਂ ਕਿ ਜਿਹੜੀ ਹੈ ਜਲਦੀ ਵਧੀਆ ਰੈਪਿਡ ਜਰਮੀਨੇਸ਼ਨ ਹੋਵੇ, ਸੈਟਿਸਫੈਕਟਰੀ ਆਪਣਾ ਕ੍ਰੌਪ ਸਟੈਂਡ ਹੋਵੇ ਐਂਡ ਫੇਵਰੇਬਲ ਗਰੋਇੰਗ ਕੰਡੀਸ਼ਨਸ ਉਹਦੇ ਅੰਦਰ ਇੱਦਾਂ ਦੀਆਂ ਫੇਵਰੇਬਲ ਗਰੋਇੰਗ ਕੰਡੀਸ਼ਨਸ ਆ ਜਾਣ। ਇੰਨਾ ਕੁ ਆਪਾਂ ਜਿਹੜਾ ਅੱਛਾ ਸੀਡ ਬੈੱਡ ਪ੍ਰਿਪੇਅਰ ਕਰਨਾ। ਇੱਦਾਂ ਦੇ ਟਿਲੇਜ ਨੂੰ ਕੀ ਕਹਿੰਦੇ ਆ, ਮਿਨੀਮਮ ਟਿਲੇਜ। ਠੀਕ ਹੈ, ਇੱਦਾਂ ਦੇ ਟਿਲੇਜ ਨੂੰ ਕੀ ਕਿਹਾ ਜਾਂਦਾ, ਮਿਨੀਮਮ ਟਿਲੇਜ ਕਿਹਾ ਜਾਂਦਾ। ਓਕੇ, ਮਿਨੀਮਮ ਟਿਲੇਜ ਇੱਦਾਂ ਦੀ ਨੂੰ ਕਿਹਾ ਜਾਂਦਾ ਕਿ ਆਪਣਾ ਜਿਹੜਾ ਕ੍ਰੌਪ ਦਾ ਅੱਛਾ ਕ੍ਰੌਪ ਸਟੈਂਡ ਹੋਵੇ, ਰੈਪਿਡ ਜਰਮੀਨੇਸ਼ਨ ਹੋਵੇ, ਸੈਟਿਸਫੈਕਟਰੀ ਸਟੈਂਡ ਹੋਵੇ ਅਤੇ ਫੇਵਰੇਬਲ ਗਰੋਇੰਗ ਕੰਡੀਸ਼ਨਸ ਹੋਣ, that is minimum tillage. Next, the tillage referred as no tillage in which the crop is planted in unprepared soil। ਠੀਕ ਹੈ, ਇੱਦਾਂ ਦੀ ਟਿਲੇਜ ਮੈਂ ਕਹਿ ਸਕਦੀ ਹਾਂ ਵੀ ਰੈਫਰ ਟੂ ਨੋ ਟਿਲੇਜ, ਕੋਈ ਟਿਲੇਜ ਨਹੀਂ ਕਰਨੀ। ਠੀਕ ਹੈ, ਜਿਹੜੀ ਕ੍ਰੋਪ ਹੈ ਉਹ ਪਲਾਂਟ ਕਰਨਾ ਅਨਪ੍ਰੀਪੇਅਰਡ ਸੋਇਲ ਦੇ ਵਿੱਚ, ਤੁਸੀਂ ਪ੍ਰੈਪਰੇਸ਼ਨ ਸੋਇਲ ਦੀ ਨਹੀਂ ਕਰਨੀ, ਅਨਪ੍ਰੀਪੇਅਰਡ ਜਿਹੜੀ ਹੈ ਸੋਇਲ ਦੇ ਵਿੱਚ ਤੁਸੀਂ ਪਲਾਂਟਿੰਗ ਕਰਨੀ ਹੈ, ਦੈਟ ਇਜ਼ ਨੋਨ ਐਜ਼ ਜ਼ੀਰੋ ਟਿਲੇਜ। ਜ਼ੀਰੋ ਟਿਲੇਜ ਇਜ਼ ਰੈਫਰ ਟੂ ਐਜ਼ ਨੋ ਟਿਲੇਜ, ਕੋਈ ਟਿਲੇਜ ਨਹੀਂ ਕਰਨੀ ਦੇ ਵਿੱਚ ਜਿਹਦੇ ਵਿੱਚ ਕ੍ਰੋਪ ਨੂੰ ਤੁਸੀਂ ਪਲਾਂਟ ਕਰਨਾ ਅਨਪ੍ਰੀਪੇਅਰਡ ਸੋਇਲ ਦੇ ਵਿੱਚ, ਅਨਪ੍ਰੀਪੇਅਰਡ ਸੋਇਲ ਦੇ ਵਿੱਚ ਪਲਾਂਟਿੰਗ ਕਰਨੀ ਹੈ, ਦੈਟ ਇਜ਼ ਜ਼ੀਰੋ ਟਿਲੇਜ। The word zero tillage was termed by, ਜਿਹੜਾ ਵਰਡ ਜ਼ੀਰੋ ਟਿਲੇਜ ਹੈ ਉਹ ਕਿਹਨੇ ਟਰਮ ਕੀਤਾ, ਕਿਹਨੇ ਜਿਹੜਾ ਮੈਂਸ਼ਨ ਕੀਤਾ, ਜਿਹੜਾ ਵਰਡ ਜ਼ੀਰੋ ਟਿਲੇਜ ਹੈ ਉਹ ਟਰਮ ਕੀਤਾ ਜੈਥਰੋ ਟੂਲ। ਜ਼ੀਰੋ ਟਿਲੇਜ ਵਰਡ ਕਿਹਨੇ ਦਿੱਤਾ, ਜੈਥਰੋ ਟੂਲ ਨੇ ਜਿਹੜਾ ਜ਼ੀਰੋ ਟਿਲੇਜ ਵਰਡ ਦਿੱਤਾ। ਠੀਕ ਹੈ, ਤਾਂ ਵਰਡ ਜ਼ੀਰੋ ਟਿਲੇਜ ਵਾਸ ਟਰਮਡ ਬਾਏ, ਦ ਵਰਡ ਜ਼ੀਰੋ ਟਿਲੇਜ ਜਿਹੜਾ ਹੈ ਉਹ ਟਰਮ ਕੀਤਾ ਜੈਥਰੋ ਟੂਲ ਨੇ। ਜੈਥਰੋ ਟੂਲ ਨੇ ਜਿਹੜਾ ਹੈ ਵਰਡ ਜ਼ੀਰੋ ਟਿਲੇਜ ਆਪਾਂ ਨੂੰ ਦਿੱਤਾ ਸੀ, ਜੈਥਰੋ ਟੂਲ। ਜੈਥਰੋ ਟੂਲ ਹੋਰ ਕੌਣ ਹੈ, ਫਾਦਰ ਆਫ ਵੀਡ ਸਾਇੰਸ, ਵੀਡ ਸਾਇੰਸ ਦਾ ਫਾਦਰ ਵੀ ਜੈਥਰੋ ਟੂਲ ਹੀ ਹੈ। ਓਕੇ, ਨੈਕਸਟ, a system of tillage in which organic residues are not inverted into the soil and used as a protective cover against erosion and evaporational losses of soil moisture। ਇੱਕ ਇੱਦਾਂ ਦੀ ਟਿਲੇਜ ਹੁੰਦੀ ਆ ਜਿਹਦੇ ਉੱਪਰ ਕਿਤੇ ਜਿਹੜੇ ਔਰਗੈਨਿਕ ਰੈਸੀਡਿਊਜ਼ ਵਗੈਰਾ ਹੈ ਉਹ ਜ਼ਮੀਨ ਦੇ ਉੱਪਰ ਮਿੱਟੀ ਦੇ ਉੱਪਰ ਹੀ ਪਏ ਰਹਿਣ ਦਿੰਦੇ ਆ, ਉਹਨੂੰ ਸੋਇਲ ਦੇ ਵਿੱਚ ਜਿਹੜਾ ਹੈ ਇਨਵਰਟ ਨਹੀਂ ਕਰਦੇ, ਸੋਇਲ ਦੇ ਵਿੱਚ ਟਰਨਓਵਰ ਨਹੀਂ ਕਰਦੇ, ਸੋਇਲ ਦੇ ਵਿੱਚ ਨਹੀਂ ਮਿਲਾਉਂਦੇ, ਉੱਤੇ ਉੱਤੇ ਹੀ ਔਰਗੈਨਿਕ ਰੈਸੀਡਿਊਜ਼ ਪਏ ਰਹਿਣ ਦਿੰਦੇ ਆ, ਉਹਨੂੰ ਇੱਕ ਤਰ੍ਹਾਂ ਦਾ ਐਜ਼ ਅ ਪ੍ਰੋਟੈਕਟਿਵ ਕਵਰ ਵਰਤਦੇ ਆ। ਠੀਕ ਹੈ, ਇੱਕ ਪ੍ਰੋਟੈਕਸ਼ਨ ਵਾਸਤੇ ਉੱਤੇ ਜਿਹੜਾ ਹੈ ਜ਼ਮੀਨ ਦੇ ਉੱਪਰ ਉਹਨੂੰ ਰੱਖੇ ਰੱਖਦੇ ਆ, ਸੋਇਲ ਦੇ ਅੰਦਰ ਜਿਹੜਾ ਹੈ ਟਰਨਿੰਗ ਉਹਦੀ ਨਹੀਂ ਕੀਤੀ ਜਾਂਦੀ, ਮਿਕਸ ਨਹੀਂ ਕੀਤਾ ਜਾਂਦਾ ਤਾਂ ਕਿ ਇਰੋਜ਼ਨ ਤੋਂ ਪ੍ਰੀਵੈਂਟ ਹੋਵੇ। ਕਿਉਂ ਉੱਤੇ ਉੱਤੇ ਰੱਖਣੇ ਆ, ਕਿਉਂਕਿ ਜਿਹੜੀ ਇਰੋਜ਼ਨ ਤੋਂ ਪ੍ਰੀਵੈਂਟ ਹੋਵੇ ਆਪਣੀ ਮਿੱਟੀ, ਇਰੋਜ਼ਨ ਹੁੰਦਾ ਕਿ ਤੁਹਾਡੀ ਰਿਮੂਵਲ ਆਫ ਸੋਇਲ ਹੋਈ ਜਾਂਦੀ ਹੈ ਬਾਏ ਦਾ, ਆਪਾਂ ਕਹਿ ਸਕਦੇ ਹਾਂ ਬਹੁਤ ਤੇਜ਼ ਹਵਾਵਾਂ ਨਾਲ ਜਾਂ ਫਿਰ ਪਾਣੀ ਨਾਲ ਆਪਣੇ ਮਿੱਟੀ ਉੱਡੀ ਜਾਂਦੀ ਹੈ। ਠੀਕ ਹੈ, ਉਹਦੇ ਤੋਂ ਪ੍ਰੀਵੈਂਟ ਕਰਨ ਵਾਸਤੇ, ਇਰੋਜ਼ਨ ਨੂੰ ਪ੍ਰੀਵੈਂਟ ਕਰਨ ਵਾਸਤੇ ਆਪਾਂ ਉੱਤੇ ਉੱਤੇ ਰੈਸੀਡਿਊ ਰੱਖਦੇ ਹਾਂ। ਵੈਪੋਰੇਸ਼ਨਲ ਲੋਸਿਸ ਆਫ ਸੋਇਲ ਮੋਇਸਚਰ, ਜਿਹੜਾ ਆਪਣਾ ਸੋਇਲ ਦੇ ਉੱਪਰ ਜਿਹੜਾ ਪਾਣੀ ਦਾ ਲੋਸ ਹੁੰਦਾ, ਸੋਇਲ ਤੋਂ ਪਾਣੀ ਜਿਹੜੀ ਹੈ ਆਪਣਾ ਲੋਸ ਹੁੰਦਾ, ਵੈਪੋਰੇਟ ਹੁੰਦਾ ਪਾਣੀ, ਦਿਸ ਇਜ਼ ਨੋਨ ਐਜ਼ ਅਵੈਪੋਰੇਸ਼ਨਲ ਲੋਸਿਸ। ਐਂਡ ਉਹਨੂੰ ਵੀ ਪ੍ਰੀਵੈਂਟ ਕਰਨ ਵਾਸਤੇ ਕਿ ਮਿੱਟੀ ਤੋਂ ਜਿਹੜਾ ਪਾਣੀ ਉੱਡਦਾ, ਠੀਕ ਹੈ, ਉਹ ਵੀ ਪ੍ਰੀਵੈਂਟ ਕਰਨ ਵਾਸਤੇ ਉਹ ਉੱਤੇ ਕੋਈ ਰੈਸੀਡਿਊ ਪਿਆ ਹੋਊਗਾ ਤਾਂ ਉਹ ਵੀ ਨਹੀਂ ਹੋਊਗਾ, ਆਪਣਾ ਸੋਇਲ ਮੋਇਸਚਰ ਵੀ ਕੰਜ਼ਰਵ ਹੋਊਗਾ, ਸੋਇਲ ਜਿਹੜਾ ਭੂਮੀ ਖੋਹ ਹੁੰਦਾ, ਭੂਮੀ ਖੋਹ ਹੋਣਾ, ਸੋਇਲ ਇਰੋਜ਼ਨ ਜਿਹਨੂੰ ਕਹਿੰਦੇ ਆ ਉਹ ਵੀ ਪ੍ਰੀਵੈਂਟ ਹੋ ਜਾਊਗਾ। ਠੀਕ ਹੈ, ਤਾਂ ਦਿਸ ਇਜ਼ ਕੰਜ਼ਰਵੇਸ਼ਨ ਟਿਲੇਜ ਔਰ ਸਟਬਲ ਮਲਚ ਟਿਲੇਜ। ਇਹਨੂੰ ਕੰਜ਼ਰਵੇਸ਼ਨ ਟਿਲੇਜ ਵੀ ਕਿਹਾ ਜਾਂਦਾ ਜਾਂ ਫਿਰ ਇਹਨੂੰ ਸਟਬਲ ਮਲਚ ਟਿਲੇਜ ਵੀ
ਕਿਹਾ ਜਾਂਦਾ। ਨੈਕਸਟ, ਕੰਜ਼ਰਵੇਸ਼ਨ ਟਿਲੇਜ ਟੈਂਡਸ ਟੂ ਐਨਕਰੇਜ, ਠੀਕ ਹੈ, ਕੰਜ਼ਰਵੇਸ਼ਨ ਟਿਲੇਜ ਕੀ ਇਨਕਰੇਜ ਕਰਦੀ ਆ, ਹਾਇਰ ਮਾਈਕਰੋਬੀਅਲ ਪਾਪੂਲੇਸ਼ਨ, ਬਹੁਤ ਜ਼ਿਆਦਾ ਜਿਹੜੀ ਮਾਈਕਰੋਬਸ ਦੀ ਪਾਪੂਲੇਸ਼ਨ ਨੂੰ ਇਨਕਰੀਜ਼ ਕਰਦੀ ਹੈ। ਹੁਣ ਕੰਜ਼ਰਵੇਸ਼ਨ ਟਿਲੇਜ ਕਰਾਂਗੇ ਤਾਂ ਉਹ ਇੱਦਾਂ ਦੀ ਟਿਲੇਜ ਹੁੰਦੀ ਹੈ ਕਿ ਜਿਹਦੇ ਤੁਸੀਂ ਔਰਗੈਨਿਕ ਰੈਸੀਡਿਊਜ਼ ਆ ਉੱਤੇ ਪਏ ਰਹਿਣ ਦਿੰਦੇ ਆ, ਠੀਕ ਹੈ, ਉਹਨੂੰ ਐਜ਼ ਅ ਕੰਜ਼ਰਵੇਸ਼ਨ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਤਾਂ ਉਹ ਕੀ ਇਨਕਰੇਜ ਕਰ ਦਿੰਦੀ ਹੈ, ਜਿਹੜੇ ਆਪਣੇ ਸੋਇਲ ਦੇ ਅੰਦਰ ਮਾਈਕਰੋਬਸ ਹੈ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਵਧਾ ਦਿੰਦੀ ਹੈ, ਠੀਕ ਹੈ, ਉਹ ਆਪਣੇ ਲਈ ਬੈਨੀਫਿਸ਼ੀਅਲ ਹੈ। ਕੁਝ ਮਾਈਕਰੋਬਸ ਜਿਹੜੇ ਹੈਗੇ ਆਪਣਾ ਕੁਝ ਰਿਐਕਸ਼ਨਸ ਕਰਨਗੇ ਸੋਇਲ ਦੇ ਅੰਦਰ, ਦੈਟ ਆਰ ਹਾਇਰ ਮਾਈਕਰੋਬੀਅਲ ਪਾਪੂਲੇਸ਼ਨ ਉਹ ਕਰ ਦੇਗੀ ਉੱਥੇ, ਠੀਕ ਹੈ, ਦੈਟ ਇਜ਼ ਹਾਇਰ, ਕੀ ਇਨਕਰੀਜ਼ ਕਰਨਾ ਉਹਨੇ, ਮਾਈਕਰੋਬੀਅਲ ਪਾਪੂਲੇਸ਼ਨ, ਮਾਈਕਰੋਬੀਅਲ ਪਾਪੂਲੇਸ਼ਨ। Okay guys, next, the tillage implement used to break subsoil, ਇੱਦਾਂ ਦਾ ਟਿਲੇਜ ਦਾ ਇੰਪਲੀਮੈਂਟ ਜਿਹੜਾ ਸਬਸੋਇਲ ਬ੍ਰੇਕ ਕਰ ਦਿੰਦਾ, ਦੈਟ ਇਜ਼ ਚੀਜ਼ਲ ਪਲੋ। ਉੱਤੇ ਵਾਲੀ ਸੋਇਲ ਹੁੰਦੀ ਹੈ, ਨੀਚੇ ਵਾਲੀ ਜਿਹੜੀ ਹੁੰਦੀ ਹੈ ਉਹ ਸਬ ਸੋਇਲ ਹੁੰਦੀ ਹੈ, ਠੀਕ ਹੈ, ਇੱਦਾਂ ਦੀ ਸੋਇਲ ਦੀਆਂ ਲੇਅਰਸ, ਜਿਹੜੀ ਉੱਤੇ ਵਾਲੀਆਂ ਲੇਅਰਸ ਹੁੰਦੀਆਂ ਉਹਨੂੰ ਸੋਇਲ ਕਿਹਾ ਜਾਂਦਾ। ਇੱਕ ਇੱਦਾਂ ਦੀ ਡੂੰਘੀ ਲੇਅਰ ਜਿਹੜੀ ਥੱਲੜੀਆਂ ਲੇਅਰਸ ਹੁੰਦੀਆਂ ਉਹਨੂੰ ਆਪਾਂ ਸਬ ਸੋਇਲ ਕਹਿ ਦਿੰਦੇ ਹਾਂ। ਤਾਂ ਕਈ ਵਾਰ ਜਿਹੜਾ ਹੈ ਇੱਦਾਂ ਦੇ ਇੰਪਲੀਮੈਂਟ ਯੂਜ਼ ਕਰਦੇ ਹਾਂ ਕਿ ਤੁਸੀਂ ਜਿਹੜੀਆਂ ਸਬ ਸੋਇਲ ਜਿਹੜੀਆਂ ਥੱਲੇ ਵਾਲੀਆਂ ਸੋਇਲਸ ਆ ਉਹ ਵੀ ਬ੍ਰੇਕ ਕਰੋ। ਹਾਰਡ ਪੈਨਸ ਜਿਹੜੇ ਆਪਣੇ, ਵੈਸੇ ਤਾਂ ਆਪਾਂ ਉੱਤੋਂ ਪਲੋਇੰਗ ਕਰ ਲੈਂਦੇ ਹਾਂ, ਠੀਕ ਹੈ, ਜ਼ਮੀਨ ਦੀ ਉੱਤੋਂ ਪਲੋਇੰਗ ਕਰਕੇ ਆਪਾਂ ਕਰੋਪ ਲਾ ਦਿੰਦੇ ਹਾਂ, ਪਰ ਕਿਹਾ ਜਾਂਦਾ ਕਿ 3-4 ਸਾਲਾਂ ਬਾਅਦ ਤੁਸੀਂ ਸਬ ਸੋਇਲ ਹੈ ਉਹਨਾਂ ਦੀ ਵੀ ਪਲੋਇੰਗ ਕਰਿਆ ਕਰੋ, ਜਿਹੜੀਆਂ ਥੱਲੇ ਹਾਰਡ ਪੈਨਸ ਬਣੇ ਹੋਏ ਆ, ਠੀਕ ਹੈ, ਉਹਨਾਂ ਨੂੰ ਬ੍ਰੇਕ ਕਰੋ, ਹਾਰਡ ਪੈਨਸ ਨੂੰ ਬ੍ਰੇਕ ਕਰੋ, ਜਿਹੜੀ ਸਬ ਸੋਇਲਸ ਆ ਉਹਨਾਂ ਨੂੰ ਬ੍ਰੇਕ ਕਰੋ, ਤਾਂ ਕਿ ਜਿਹੜਾ ਤੁਹਾਡਾ ਅੱਛਾ ਆਪਣਾ ਜਿਹੜਾ ਹੈ ਕਰੋਪ ਸਟੈਂਡ ਹੋ ਸਕੇ, ਅੱਛੀ ਜਿਹੜਾ ਆਪਣਾ ਝਾੜ ਨਿਕਲੇ, ਤਾਂ ਕਿ ਜਿਹੜੀਆਂ ਥੱਲੇ ਵਾਲੀਆਂ ਜ਼ਮੀਨ ਹੈ ਉਹ ਵਾਲੀ ਸੋਇਲ ਜੋ ਤੁਸੀਂ ਬ੍ਰੇਕ ਕਰਦੇ ਹੋ ਸਬ ਸੋਇਲ, ਤਾਂ ਜਿਹੜੇ ਥੱਲੇ ਵਾਲੇ ਨਿਊਟ੍ਰੈਂਟਸ ਆ ਉਹ ਉੱਤੇ ਆ ਜਾਂਦੇ, ਟਰਨਿੰਗ ਓਵਰ ਹੋ ਜਾਂਦੀ ਹੈ ਪ੍ਰੋਪਰ ਸੋਇਲ ਦੀ, ਉੱਤੇ ਨਿਊਟ੍ਰੈਂਟਸ ਘੱਟ ਗਏ, ਤੁਸੀਂ ਥੱਲੇ ਵਾਲੀ ਸੋਇਲਸ ਨੂੰ ਟਰਨ ਓਵਰ ਕੀਤਾ, ਥੱਲੇ ਵਾਲੀ ਸੋਇਲ ਉੱਤੇ ਲੈ ਆਓ ਫਿਰ, ਤਾਂ ਇਹਦੇ ਨਾਲ ਕੀ ਹੋ ਜਾਂਦਾ, ਜਿਹੜਾ ਹੈ ਅੱਛਾ ਕਰੋਪ ਸਟੈਂਡ ਆਉਂਦਾ। ਤਾਂ ਇਹਨੂੰ ਕੀ ਕਿਹਾ ਜਾਂਦਾ, ਚੀਜ਼ਲ ਪਲੋ, ਜਿਹੜਾ ਥੱਲੜੀਆਂ ਵਾਲੀਆਂ ਲੇਅਰਸ ਬ੍ਰੇਕ ਕਰਦਾ ਸਬ ਸੋਇਲ ਨੂੰ, ਦੈਟ ਇਜ਼ ਨੋਨ ਐਜ਼ ਚੀਜ਼ਲ ਪਲੋ। ਓਕੇ, ਦੈਟ ਇਜ਼ ਚੀਜ਼ਲ ਪਲੋ, ਚੀਜ਼ਲ ਪਲੋ ਕਹਿੰਦੇ ਆ ਇਹਨੂੰ। ਓਕੇ ਗਾਈਜ਼, ਗੋਟ ਇਟ, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ ਐਂਡ ਪ੍ਰੋਪਰ ਤੁਹਾਨੂੰ ਸਮਝ ਆ ਰਿਹਾ ਹੋਏਗਾ। ਗਾਈਜ਼ ਇਹ ਸਾਰੇ ਕੁਐਸਚਨ ਤੁਹਾਡੇ ਐਗਜ਼ਾਮ ਓਰੀਐਂਟਿਡ ਆ, ਤੁਹਾਡੇ ਲਈ ਬਹੁਤ ਇੰਪੋਰਟੈਂਟ ਆ, ਜੋ ਕਿ ਤੁਹਾਨੂੰ ਡਿਟੇਲ ਵਾਈਜ਼ ਡਿਸਕਸ ਹੋ ਰਿਹਾ, ਠੀਕ ਹੈ, ਤੁਸੀਂ ਪ੍ਰੋਪਰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਐਂਡ ਜੋ ਹੈ ਅਗਰ ਤੁਹਾਨੂੰ ਕਿਤੇ ਵੀ ਡਾਊਟ ਆਉਂਦਾ ਤੁਸੀਂ ਸੈਸ਼ਨ ਦੁਬਾਰਾ ਰਿਪੀਟ 'ਤੇ ਦੇਖ ਲਿਆ ਕਰੋ। ਨਾਓ ਮੂਵ ਟੂ ਨੈਕਸਟ ਕੁਐਸਚਨ। that is the ridge plow is used for, ਰਿਜ ਪਲੋ ਕੀ ਹੁੰਦਾ, ਐਕਚੁਅਲ 'ਚ ਰਿਜ ਦਾ ਮਤਲਬ ਹੁੰਦਾ ਵੱਟਾਂ ਬਣਾਉਣੀਆਂ, ਤੁਸੀਂ ਸੁਣਿਆ ਹੋਊਗਾ ਕਿ ਵੱਟਾਂ ਬਣਾਉਣੀਆਂ ਖੇਤ ਦੇ ਵਿੱਚ, ਤਾਂ ਦੈਟ ਇਜ਼ ਰਿਜ, ਠੀਕ ਹੈ, ਉਹਨੂੰ ਰਿਜਸ ਕਿਹਾ ਜਾਂਦਾ। ਤਾਂ ਉਹਨੂੰ ਬਣਾਉਣ ਵਾਲਾ ਜਿਹੜਾ ਪਲੋ ਹੁੰਦਾ ਦੈਟ ਇਜ਼ ਰਿਜ ਪਲੋ। ਓਕੇ, ਤਾਂ ਰਿਜ ਪਲੋ ਕਿਹੜੇ ਕਿਹੜੇ ਕੰਮਾਂ 'ਚ ਆਉਂਦਾ, ਅਰਦਿੰਗ ਅਪ ਹੁੰਦਾ ਮਿੱਟੀ ਚੜ੍ਹਾਉਣਾ, ਠੀਕ ਹੈ, ਮਿੱਟੀ ਚੜ੍ਹਾਉਣਾ ਵਰਡ ਸਭ ਨੇ ਸੁਣਿਆ ਹੋਊਗਾ ਕਿ ਜਿਵੇਂ ਆਲੂ ਹੈ ਤਾਂ ਆਲੂਆਂ ਨੂੰ ਕਹਿੰਦੇ ਹੁੰਦੇ ਆ ਕਿ ਮਿੱਟੀ ਚੜ੍ਹਾਉਣੀ ਆਲੂਆਂ 'ਤੇ, ਤਾਂ ਵੈਸੇ ਵੀ ਆਪਾਂ ਕਹਿੰਦੇ ਹਾਂ ਵੀ ਕਿਤੋਂ ਕਿਸੇ ਚੀਜ਼ ਤੋਂ ਬੂਟੇ ਦੇ ਨਾਲ ਉਹਦੀ ਮਿੱਟੀ ਚੜ੍ਹਾਉਣੀ, ਠੀਕ ਹੈ, ਦੈਟ ਇਜ਼ ਅਰਦਿੰਗ ਅਪ। ਅਰਦਿੰਗ ਅਪ ਇਜ਼ ਜਿਹੜਾ ਹੈ ਮਿੱਟੀ ਚੜ੍ਹਾਉਣਾ ਕਹਿੰਦੇ। ਐਂਡ ਫੋਮ ਰਿਜਿਸ, ਉਹਦੀਆਂ ਵੱਟਾਂ ਬਣਾਉਣੀਆਂ ਆਪਾਂ ਜ਼ਮੀਨ 'ਚ ਜਿਹੜੀਆਂ ਸੋਇਲ 'ਚ ਵੱਟਾਂ ਬਣਾਉਣੀਆਂ, ਐਂਡ ਵੱਟਾਂ ਬਣਾ ਕੇ ਜਿਹੜਾ ਹੈ ਫੂਰੋਜ਼ ਬਣਾਉਣਾ, ਠੀਕ ਹੈ, ਫੂਰੋਜ਼ ਬਣਾਉਣੀਆਂ, ਵੱਟਾਂ ਬਣਾਉਣੀਆਂ, ਜਾਂ ਫਿਰ ਆਪਾਂ ਜਿਹੜੀਆਂ ਮਿੱਟੀ ਚੜ੍ਹਾਉਣੀ, ਇਹਨਾਂ ਕੰਮਾਂ ਦੇ ਵਿੱਚ ਆਪਣਾ ਰਿਜ ਪਲੋ ਆਉਂਦਾ, ਠੀਕ ਹੈ। ਰਿਜ ਪਲੋ ਕਾਹਦੇ ਵਿੱਚ ਆਉਂਦਾ, ਅਰਦਿੰਗ ਅਪ 'ਚ, ਰਿਜਸ ਬਣਾਉਣੀਆਂ, ਫੂਰੋਜ਼ ਬਣਾਉਣੀਆਂ, ਠੀਕ ਹੈ, ਰਿਜ ਪਲੋ ਯੂਜ਼ ਫॉर ਅਰਦਿੰਗ ਅਪ, ਰਿਜਸ ਬਣਾਉਣੀਆਂ, ਫੂਰੋਜ਼ ਬਣਾਉਣੀਆਂ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। ਸਟਾਰ ਵੀਡਰ ਇਜ਼ ਯੂਜ਼ਡ ਫॉर, ਸਟਾਰ ਵੀਡਰ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ, ਵੀਡਿੰਗ ਇਨ ਡਰਾਈ ਲੈਂਡਸ, ਡਰਾਈ ਲੈਂਡਸ ਦੇ ਵਿੱਚ ਵੀਡਿੰਗ ਕਰਨੀ ਹੈ, ਠੀਕ ਹੈ, ਤੁਸੀਂ ਜਿਹੜੀ ਹੈ ਨਦੀਨ ਪੱਟਣੇ ਆ। ਸਟਾਰ ਵੀਡਰ ਇੱਕ ਇੱਦਾਂ ਦਾ ਹੈ, ਵੀਡਰ ਨਾਮ ਤੋਂ ਹੀ ਕਲੀਅਰ ਹੈ, ਮਤਲਬ ਜਿਹੜੇ ਨਦੀਨ ਹੈ ਉਹਨਾਂ ਨੂੰ ਪੱਟਣ ਵਾਸਤੇ ਯੂਜ਼ ਕੀਤਾ ਜਾਂਦਾ। ਨਦੀਨ ਕੀ ਹੁੰਦੇ ਆ, ਇੱਦਾਂ ਦੇ ਅਨਵਾਂਟਿਡ ਅਨਕਲਟੀਵੇਟਿਡ ਪਲਾਂਟਸ ਹੁੰਦੇ ਆ ਜਿਹੜੇ ਆ ਕਿ ਆਪਣੇ
ਕਰੋਪ ਦੇ ਨਾਲ ਆਪਣੇ ਆਪ ਉਹਨਾਂ ਦੀ ਵੀ ਗਰੋਥ ਹੋ ਜਾਂਦੀ ਹੈ। ਜਿਵੇਂ ਆਪਾਂ ਉਹਨਾਂ ਨੂੰ ਘਾਹ ਫੂਸ ਕਹਿ ਦਿੰਦੇ ਹਾਂ ਕਿ ਗਰੋ ਹੋ ਗਿਆ, ਉਹ ਨਦੀਨ ਹੁੰਦੇ ਆ ਕਿ ਜਿਹੜੇ ਆਪਾਂ ਨੂੰ ਚਾਹੀਦੇ ਨਹੀਂ ਹੁੰਦੇ, ਅਨਕਲਟੀਵੇਟਡ ਹੁੰਦੇ ਆ, ਆਪਣੇ ਆਪ ਜਿਹੜੇ ਗਰੋ ਹੋ ਜਾਂਦੇ ਆ। ਜਿਵੇਂ ਕਣਕ ਹੈ, ਉਹਦੇ ਵਿੱਚ ਜਿਹੜਾ ਹੈ ਗੁੱਲੀ ਡੰਡੇ ਦੀ ਪ੍ਰੋਬਲਮ ਆਉਂਦੀ ਹੈ। ਗੁੱਲੀ ਡੰਡਾ ਜਿਹੜਾ ਇੱਦਾਂ ਦਾ ਨਦੀਨ ਹੈ, ਵੀਡ ਆਪਣੇ ਆਪ ਗਰੋ ਹੋ ਜਾਂਦਾ। ਇਹਨਾਂ ਨੂੰ ਪੱਟਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜੇ ਹੁੰਦੇ ਆਪਣੀ ਮੇਨ ਕਰੋਪ ਦੇ ਨਾਲ ਕੰਪੀਟੀਸ਼ਨ ਕਰਦੇ ਆ, ਪਾਣੀ ਦਾ, ਨਿਊਟਰੈਂਟ ਦਾ, ਸਪੇਸ ਦਾ, ਲਾਈਟ ਦਾ ਜਿਹੜਾ ਹੈ ਕੰਪੀਟੀਸ਼ਨ ਕਰਦੇ ਆ। ਸੋ ਇਹ ਸਟਾਰ ਵੀਡਰ ਇੱਕ ਇੱਦਾਂ ਦਾ ਵੀਡਰ ਆਪਾਂ ਕਹਿ ਸਕਦੇ ਹਾਂ ਵੀਡਿੰਗ ਕਰਨ ਵਾਲਾ ਇੰਸਟਰੂਮੈਂਟ ਹੁੰਦਾ ਕਿ ਜਿਹਦੇ ਨਾਲ ਆਪਾਂ ਇਹ ਨਦੀਨ ਪੱਟਦੇ ਹਾਂ। ਇਹਨਾਂ ਨੂੰ ਡਰਾਈ ਲੈਂਡਸ ਆ, ਜਿੱਥੇ ਡਰਾਈ ਲੈਂਡਸ ਵਿੱਚ ਯੂਜ਼ ਕੀਤਾ ਜਾਂਦਾ, ਐਂਡ ਗਰਾਊਂਡਨਟ ਫੀਲਡਸ ਦੇ ਵਿੱਚ, ਠੀਕ ਹੈ। ਜਿੱਥੇ ਮੂੰਗਫਲੀ ਲੱਗੀ ਆ ਉੱਥੇ ਮੇਨਲੀ ਇਹਨਾਂ ਵਿੱਚ ਜਿਹੜਾ ਹੈ ਸਟਾਰ ਵੀਡਰ ਨੂੰ ਵਰਤਿਆ ਜਾਂਦਾ ਵੀਡਿੰਗ ਕਰਨ ਵਾਸਤੇ, ਨਦੀਨ ਪੱਟਣ ਵਾਸਤੇ, ਜਾਂ ਡਰਾਈ ਲੈਂਡਸ ਦੇ ਉੱਪਰ, ਠੀਕ ਹੈ। ਇਹ ਦੋ ਜਿਹੜੇ ਹੈਗੇ ਆ ਜਗ੍ਹਾ ਜਿੱਥੇ ਇਹਨਾਂ ਨੂੰ ਮੇਨ ਯੂਜ਼ ਕੀਤਾ ਜਾਂਦਾ। ਓਕੇ ਗਾਈਜ਼, ਨਾਓ ਮੂਵ ਟੂ ਨੈਕਸਟ ਕੁਐਸਚਨ। ਡਿਸਕ ਪਲੋ। ਡਿਸਕ ਪਲੋ ਇੱਦਾਂ ਦਾ ਹੈ ਜ਼ਮੀਨ ਨੂੰ ਵਾਹਣ ਵਾਲਾ ਇੱਦਾਂ ਦਾ ਯੰਤਰ ਹੈ ਜਿਹੜਾ ਹੈ ਕਿਸੇ ਟਰੈਕਟਰ ਦੇ ਪਿੱਛੇ ਲੱਗਦਾ, ਪਿੱਛੇ ਉਹਦੀਆਂ ਡਿਸਕਾਂ ਹੁੰਦੀਆਂ, ਠੀਕ ਹੈ। ਜਿਹੜੀ ਹੈ ਡਿਸਕ ਪਲੋ ਕਾਹਦੇ ਵਾਸਤੇ ਯੂਜ਼ ਹੁੰਦਾ? ਡੀਪ ਪਲੋਇੰਗ ਕਰਨਾ ਗਰਾਸਡ ਫੀਲਡ, ਠੀਕ ਹੈ। ਜੇ ਡੂੰਘੀ ਤੁਸੀਂ ਜ਼ਮੀਨ ਨੂੰ ਪੱਟਣਾ, ਉਹਦੀ ਡੀਪ ਪਲੋਇੰਗ ਕਰਨੀ ਹੈ ਤਾਂ ਫਿਰ ਜਿਹੜਾ ਆਪਣਾ ਡਿਸਕ ਪਲੋ ਯੂਜ਼ ਹੁੰਦਾ। ਓਕੇ, ਡਿਸਕ ਪਲੋ ਯੂਜ਼ ਹੁੰਦਾ ਜੇ ਤੁਸੀਂ ਆਪਾਂ ਡੂੰਘਾ ਆਪਾਂ ਜ਼ਮੀਨ ਨੂੰ ਪੱਟਣਾ ਤਾਂ ਆਪਾਂ ਕਿਹੜਾ ਯੂਜ਼ ਹੁੰਦਾ? ਦੈਟ ਇਜ਼ ਡਿਸਕ ਪਲੋ। ਰੋਟਰੀ ਪਲੋ ਇਜ਼ ਯੂਜ਼ਡ ਫੋਰ। ਜਿਹੜਾ ਰੋਟਰੀ ਪਲੋ ਹੈ, ਰੋਟਰੀ ਪਲੋ ਕਾਹਦੇ ਵਾਸਤੇ ਯੂਜ਼ ਹੁੰਦਾ? ਇਹ ਵੀ ਇੱਕ ਜ਼ਮੀਨ ਨੂੰ ਵਾਹਣ ਵਾਲਾ ਯੰਤਰ ਹੈ ਰੋਟਰੀ ਪਲੋ। ਇਹ ਜਿਵੇਂ ਆਪਣਾ ਡਿਸਕ ਪਲੋ ਤਾਂ ਡੂੰਘੀ ਜ਼ਮੀਨ ਨੂੰ ਪੱਟਣ ਵਾਸਤੇ ਹੋ ਗਿਆ, ਤੇ ਰੋਟਰੀ ਪਲੋ ਕਾਹਦੇ ਵਾਸਤੇ ਹੋ ਗਿਆ? ਕੱਟ, ਜ਼ਮੀਨ ਨੂੰ ਕੱਟ ਦਿੰਦਾ, ਐਂਡ ਪੁਲਵਰਾਈਜ਼ ਦਾ ਲਾਈਟ ਸੋਇਲ। ਜਿਹੜੀਆਂ ਲਾਈਟ ਸੋਇਲਸ ਹੁੰਦੀਆਂ ਜ਼ਮੀਨ ਨੂੰ ਕੱਟ ਕੇ ਉਹਦੇ ਅੰਦਰ ਜਿਹੜਾ ਹੈ ਉਹਨੂੰ ਪੁਲਵਰਾਈਜ਼ ਕਰ ਦਿੰਦਾ, ਉਹਨੂੰ ਪੋਲੀ ਪੋਲੀ ਆਪਾਂ ਕਹਿ ਦਿੰਦੇ ਹਾਂ, ਇੱਕ ਤਰ੍ਹਾਂ ਦਾ ਕਰ ਦਿੰਦਾ, ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਦਿੰਦਾ, ਠੀਕ ਹੈ। ਪਹਿਲਾਂ ਉਹਨੂੰ 'ਚ ਕੱਟ ਮਾਰਦਾ, ਕੱਟ ਕਰਕੇ ਉਹਨੂੰ ਪੁਲਵਰਾਈਜੇਸ਼ਨ ਉਹਦੀ ਜਿਹੜੀ ਹੈ ਪੁਲਵਰਾਈਜ਼ ਕਰ ਦਿੰਦਾ ਉਹਦੀ ਲਾਈਟ ਸੋਇਲ ਨੂੰ। ਦੈਟ ਇਜ਼ ਯੂਜ਼ਡ ਇਨ ਦਾ ਰੋਟਰੀ ਪਲੋ, ਠੀਕ ਹੈ। ਇੱਕ ਇੱਦਾਂ ਦਾ ਰੋਟਰੀ ਪਲੋ ਹੁੰਦਾ, ਜ਼ਮੀਨ ਨੂੰ ਵਾਹਣ ਵਾਲਾ ਯੰਤਰ ਹੈ ਜਿਹੜਾ ਕੀ ਕਰ ਦਿੰਦਾ? ਕੱਟ ਕਰਦਾ, ਫਿਰ ਚੰਗੀ ਤਰ੍ਹਾਂ ਜਿਹੜਾ ਪੁਲਵਰਾਈਜ਼ ਲਾਈਟ ਸੋਇਲ ਨੂੰ ਕਰ ਦਿੰਦਾ। ਓਕੇ, ਨੈਕਸਟ, ਹੈਰੋਜ਼ ਆਰ ਯੂਜ਼ਡ ਫੋਰ। ਹੈਰੋਜ਼ ਨੂੰ ਕਾਹਦੇ ਵਿੱਚ ਯੂਜ਼ ਕੀਤਾ ਜਾਂਦਾ? ਪ੍ਰੈਪਰੇਸ਼ਨ ਆਫ ਸੀਡ ਬੈਡ ਪ੍ਰਪੇਅਰ ਕਰਨ ਲਈ, ਐਂਡ ਵੀਡਸ ਨੂੰ ਡਿਸਟਰੋਏ ਕਰਨ ਵਾਸਤੇ, ਠੀਕ ਹੈ। ਹੈਰੋਜ਼ ਯੂਜ਼ ਹੁੰਦੇ ਆ। ਹੈਰੋ ਕੀ ਹੁੰਦਾ? ਦੈਟ ਇਜ਼ ਸੈਕੰਡਰੀ ਟਿਲੇਜ ਇੰਪਲੀਮੈਂਟ। ਪ੍ਰਾਇਮਰੀ ਟਿਲੇਜ ਹੁੰਦੀ ਹੈ ਕਿ ਆਪਾਂ ਡੂੰਘਾ ਜ਼ਮੀਨ ਨੂੰ ਪੱਟਣਾ, ਐਂਡ ਸੈਕੰਡਰੀ ਟਿਲੇਜ ਹੁੰਦੀ ਹੈ ਕਿ ਉੱਤੇ ਆਪਾਂ ਜਿਹੜਾ ਹੈ ਉੱਤੇ ਆਪਾਂ ਪ੍ਰੀਪੇਅਰ ਕਰਨਾ, ਡੂੰਘੀ ਨਹੀਂ ਪੱਟਣਾ ਆਪਾਂ। ਉੱਤੋਂ ਆਪਾਂ ਕੋਈ ਸੀਡ ਬੈੱਡ ਪ੍ਰੀਪੇਅਰ ਕਰ ਲਿਆ, ਹੁਣ ਜ਼ਮੀਨ ਵਾਹੀ ਗਈ, ਉਦੋਂ ਬਾਅਦ ਜਿਹੜਾ ਹੈ ਆਪਾਂ ਉੱਤੋਂ ਥੋੜ੍ਹੀ ਪੁਲਵਰਾਈਜ਼ ਕਰਕੇ ਆਪਾਂ ਸੀਡ ਬੈੱਡ ਬਣਾ ਦੇਣਾ। ਕੋਈ ਵੀਡ ਵੂਡ ਹੈ ਉਹ ਤੁਸੀਂ ਉੱਤੇ ਹੈਗੇ ਆ ਉਹ ਪੱਟ ਦੇਣੇ ਆ। ਇਹਦੇ ਵਾਸਤੇ ਜਿਹੜਾ ਹੈਰੋਜ਼ ਕੰਮ ਆਉਂਦੇ ਆ ਸੈਕੰਡਰੀ ਟਿਲੇਜ ਦੇ ਵਿੱਚ। ਸੋ ਪ੍ਰੈਪਰੇਸ਼ਨ ਆਫ ਸੀਡ ਬੈੱਡ ਕਹਿ ਸਕਦੇ ਹਾਂ, ਜਿਹੜੇ ਹੈ ਵੀਡਸ ਵਗੈਰਾ ਹੈ ਉਹਨਾਂ ਨੂੰ ਡਿਸਟਰੋਏ ਕਰਨ ਵਾਸਤੇ ਯੂਜ਼ ਹੁੰਦਾ, ਦੈਟ ਇਜ਼ ਹੈਰੋ। ਓਕੇ, ਨੈਕਸਟ, ਮੈਕਨਾਈਜੇਸ਼ਨ ਇੰਡੈਕਸ ਇਜ਼ ਫਾਊਂਡ ਹਾਈਐਸਟ ਇਨ। ਮੈਕਨਾਈਜੇਸ਼ਨ ਇੰਡੈਕਸ ਕਿਹਦੇ 'ਚ ਪਹਿਲਾਂ ਜ਼ਿਆਦਾ ਪਾਇਆ ਜਾਂਦਾ? ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਕਨਾਈਜੇਸ਼ਨ ਇੰਡੈਕਸ ਕੀ ਹੁੰਦਾ। ਮੈਕਨਾਈਜੇਸ਼ਨ ਇੰਡੈਕਸ ਉਹ ਹੁੰਦਾ ਕਿ ਤੁਸੀਂ ਕਿੰਨਾ ਕਿਸੇ ਕਰੋਪ ਵਿੱਚ ਮੈਕਨਾਈਜੇਸ਼ਨ ਵਰਤੇ ਨੇ। ਮੈਕਨਾਈਜੇਸ਼ਨ ਮਤਲਬ ਤੁਸੀਂ ਮਸ਼ੀਨਸ ਦਾ ਯੂਜ਼ ਕਿੰਨਾ ਕਰੀ ਜਾਂਦੇ ਹੋ, ਹੱਥ ਤੋਂ ਕੰਮ ਘੱਟ ਲਈ ਜਾਂਦੇ ਹੋ, ਕਿੰਨਾ ਤੁਸੀਂ ਮਸ਼ੀਨਸ ਦਾ ਸਭ ਤੋਂ ਜ਼ਿਆਦਾ ਯੂਜ਼ ਹੋ ਰਿਹਾ ਕਿਸੇ ਪਰ ਹੈਕਟੇਅਰ ਲੈਂਡ ਦੇ ਉੱਪਰ, ਕਿਸੇ ਕਰੋਪ ਦੇ ਉੱਪਰ। ਇਹ ਜਿਹੜਾ ਹੈ ਮਸ਼ੀਨਾਂ ਦਾ ਯੂਜ਼ ਸਭ ਤੋਂ ਜ਼ਿਆਦਾ ਵੀਟ ਅਤੇ ਕਰੋਪ ਦੇ ਵਿੱਚ ਹੁੰਦਾ ਹੈ, ਠੀਕ ਹੈ। ਕਣਕ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਮੈਕਨਾਈਜ਼ਡ ਇੰਡੈਕਸ ਹੈ, ਮਤਲਬ ਮਸ਼ੀਨਾਂ ਦਾ ਯੂਜ਼ ਜਿਹੜਾ ਹੈ ਮਕੈਨੀਕਲ ਐਨਰਜੀ ਦਾ, ਠੀਕ ਹੈ। ਮਸ਼ੀਨਸ ਦੇ ਹੈਲਪ ਨਾਲ ਆਪਾਂ ਜਿਹੜਾ ਕੰਮ ਹੈ ਜ਼ਿਆਦਾ ਕਰਦੇ ਹਾਂ ਕਾਹਦੇ ਵਿੱਚ? ਵੀਟ ਦੇ ਵਿੱਚ। ਓਕੇ, ਆਪਣਾ ਵੀਟ ਆ ਜਿਹੜਾ ਉਹਦੇ ਵਿੱਚ ਮਕੈਨੀਕਲ ਵਰਕ ਸਭ ਤੋਂ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਦਾ ਮੈਕਨਾਈਜੇਸ਼ਨ ਇੰਡੈਕਸ ਜਿਹੜਾ ਹੈ ਜ਼ਿਆਦਾ। ਦ ਬੋਟੈਨੀਕਲ ਨੇਮ ਐਂਡ ਫੈਮਲੀ ਆਫ ਪੈਡੀ, ਠੀਕ ਹੈ। ਬੋਟੈਨੀਕਲ ਨੇਮ ਕੀ ਹੈ, ਫੈਮਲੀ ਕੀ ਹੈ ਪੈਡੀ ਦੀ? ਦੈਟ ਇਜ਼ ਜਿਹੜਾ ਉਹਦਾ ਬੋਟੈਨੀਕਲ ਨੇਮ ਹੈ ਪੈਡੀ ਹੈ, ਰਾਈਸ ਹੈ, ਨੇਮ ਹੈ ਦਾ ਓਰਾਈਜ਼ਾ ਸੈਟਿਵਾ। ਓਰਾਈਜ਼ਾ ਸੈਟਿਵਾ ਇਜ਼ ਦਾ ਬੋਟੈਨੀਕਲ ਨੇਮ ਆਫ ਰਾਈਸ, ਐਂਡ ਜਿਹੜਾ ਉਹਦੀ ਫੈਮਲੀ ਹੈ ਦੈਟ ਇਜ਼ ਪੋਆਸੀਆ। ਪੋਆਸੀਆ ਫੈਮਲੀ ਤੋਂ ਬਿਲੋਂਗ ਕਰਦਾ ਜਿਹੜਾ ਹੈ ਪੈਡੀ ਹੈ ਓਰਾਈਜ਼ਾ ਸੈਟਿਵਾ, ਐਂਡ ਪੋਆਸੀਆ ਫੈਮਲੀ ਜਿਹੜੀ ਹੈ ਪੈਡੀ ਦੀ ਹੈ। ਓਕੇ, botanical name and family of paddy is Oryza sativa, and that is a family of Poaceae. Poaceae family to belong karda. Okay guys,
family Poaceae, and botanical name is Oryza sativa. Next, ਰਾਈਸ ਇਨਫਲੋਰੈਸੈਂਸ ਇਜ਼ ਕਾਲਡ, ਰਾਈਸ ਦੀ ਜਿਹੜੀ ਬੱਲੀ ਨੂੰ ਕੀ ਕਿਹਾ ਜਾਂਦਾ ਹੈ, ਰਾਈਸ ਦੀ ਬੱਲੀ ਨੂੰ ਕੀ ਕਿਹਾ ਜਾਂਦਾ ਹੈ, ਪੈਨਿਕਲ। ਜੇ ਕੁਐਸਚਨ ਆ ਜੇ ਵੀ ਵੀਟ ਦੀ ਬੱਲੀ ਨੂੰ ਕੀ ਕਿਹਾ ਜਾਂਦਾ, ਈਅਰ। ਵੀਟ ਦੀ ਬੱਲੀ ਨੂੰ ਈਅਰ ਕਿਹਾ ਜਾਂਦਾ, ਐਂਡ ਜਿਹੜੀ ਰਾਈਸ ਹੁੰਦੀ ਹੈ ਉਹਦੀ ਬੱਲੀ ਇਨਫਲੋਰੈਸੈਂਸ ਨੂੰ ਕੀ ਕਿਹਾ ਜਾਂਦਾ, ਪੈਨਿਕਲ। ਓਕੇ, ਯਾਦ ਰੱਖਣਾ ਇਹਨਾਂ ਦੇ ਅਲੱਗ-ਅਲੱਗ ਨਾਮ ਹੈ, ਪੈਨਿਕਲ ਐਂਡ ਈਅਰ। ਨੈਕਸਟ, optimum temperature for good rice crop growth is, ਤੁਹਾਨੂੰ ਕਿੰਨਾ optimum temperature ਚਾਹੀਦਾ ਤਾਂ ਕਿ ਤੁਸੀਂ ਅੱਛੀ, ਆਪਾਂ ਕਹਿੰਦੇ ਆ ਰਾਈਸ ਦੀ ਕਰੋਪ ਦੀ ਗਰੋਥ ਕਰਾਉਣਾ ਚਾਹੁੰਦੇ ਹੋ। ਠੀਕ ਹੈ, ਤੁਸੀਂ ਝੋਨਾ ਹੈ ਉਹਦੀ ਵਧੀਆ ਗਰੋਥ ਕਰਾਉਣਾ ਚਾਹੁੰਦੇ ਹੋ, ਝੋਨੇ ਦੀ ਤੁਸੀਂ ਵਧੀਆ ਗਰੋਥ ਕਰਾਉਣਾ ਚਾਹੁੰਦੇ ਹੋ ਤਾਂ ਟੈਂਪਰੇਚਰ ਜਿਹੜਾ ਹੈਗਾ 30 ਤੋਂ 32 ਡਿਗਰੀ ਸੈਲਸੀਅਸ ਤੁਹਾਨੂੰ ਚਾਹੀਦਾ। ਓਕੇ, ਟੈਂਪਰੇਚਰ ਕਿੰਨਾ ਚਾਹੀਦਾ, 30 ਤੋਂ ਲੈ ਕੇ ਆਪਾਂ ਨੂੰ 32 ਡਿਗਰੀ ਸੈਲਸੀਅਸ ਟੈਂਪਰੇਚਰ ਚਾਹੀਦਾ ਜੇ ਤੁਸੀਂ ਝੋਨਾ ਉਹਦੀ ਅੱਛੀ ਗਰੋਥ ਕਰਾਉਣਾ ਚਾਹੁੰਦੇ ਹੋ। 30 to 32 ਡਿਗਰੀ ਸੈਲਸੀਅਸ ਤੁਹਾਨੂੰ ਰਿਕੁਆਇਰਡ ਹੈ ਅਗਰ ਤੁਸੀਂ ਗੁੱਡ ਓਪਟੀਮਮ ਟੈਂਪਰੇਚਰ ਜਿਹੜਾ ਹੁੰਦਾ 30 to 32 ਡਿਗਰੀ ਸੈਲਸੀਅਸ ਹੈ ਅਗਰ ਤੁਸੀਂ ਵਧੀਆ ਗਰੋਥ ਕਰਨਾ ਚਾਹੁੰਦੇ ਹੋ ਰਾਈਸ ਦੀ। ਓਕੇ, ਬੈਸਟ ਪੀਐਚ ਫॉर द ਕਲਟੀਵੇਸ਼ਨ ਆਫ ਰਾਈਸ, ਰਾਈਸ ਹੈ ਉਹਦੀ ਕਲਟੀਵੇਸ਼ਨ ਵਾਸਤੇ ਤੁਸੀਂ ਬੈਸਟ ਕਿੰਨੀ ਤੁਹਾਡੀ ਪੀਐਚ ਹੈਗੀ ਹੈ, ਦੈਟ ਇਜ਼ 4 to 6 ਪੀਐਚ। ਓਕੇ, ਅੱਛੀ ਪੀਐਚ ਕਿੰਨੀ ਹੁੰਦੀ ਹੈ ਕਲਟੀਵੇਸ਼ਨ ਆਫ ਰਾਈਸ ਦੀ, ਤੁਸੀਂ ਰਾਈਸ ਕੀਤੀ ਹੈ, ਰਾਈਸ ਬੀਜੀ ਹੈ ਤਾਂ ਉਹਦੇ ਵਾਸਤੇ ਸੋਇਲ ਦੇ ਵਿੱਚ ਇੱਕ ਪੀਐਚ ਚਾਹੀਦੀ ਹੋਊਗੀ ਕਿ ਇੰਨੀ ਅਮਾਊਂਟ ਦੀ ਜਿਹੜੀ ਇੰਨੀ ਪੀਐਚ ਦੀ ਜਿਹੜੀ ਹੈ ਚਾਹੀਦੀ ਹੈ ਰਾਈਸ ਨੂੰ, ਉਸ ਇੰਨੀ ਪੀਐਚ ਦੇ ਉੱਪਰ ਜਿਹੜਾ ਆਪਣਾ ਝੋਨਾ ਹੈ ਵਧੀਆ ਗਰੋ ਕਰ ਸਕਦਾ। ਤਾਂ 4 ਤੋਂ 6 ਪੀਐਚ ਜਿਹੜੀ ਹੈ ਸੋਇਲ ਦੀ ਹੋਣੀ ਚਾਹੀਦੀ ਹੈ, ਇੰਨੀ ਪੀਐਚ 'ਤੇ ਜਿਹੜਾ ਹੈ ਝੋਨਾ ਅੱਛਾ ਗਰੋ ਕਰਦਾ। ਸਭ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ 7 ਤੋਂ ਨੀਚੇ ਵਾਲੀਆਂ ਸੋਇਲਸ ਹੁੰਦੀਆਂ ਉਹ ਐਸਿਡਿਕ ਹੁੰਦਾ ਪੀਐਚ ਦੇ ਵਿੱਚ, 7 ਜਿਹੜਾ ਹੁੰਦਾ ਨਿਊਟਰਲ ਹੁੰਦਾ, 7 to 14 ਤੱਕ ਜਿਹੜਾ ਹੁੰਦਾ ਬੇਸਿਕ ਹੁੰਦਾ। ਤਾਂ ਜਿਹੜਾ ਝੋਨਾ ਉਹਦੇ ਵਿੱਚ ਕਿੰਨਾ ਹੁੰਦਾ 4 ਤੋਂ 6 ਪੀਐਚ ਦੀ ਜਿਹੜਾ ਹੈ ਆਪਣਾ ਰਿਕੁਆਇਰਡ ਹੁੰਦੀ ਹੈ। ਓਕੇ, ਸੋ 4 to 6 ਪੀਐਚ ਆਪਣਾ ਜਿਹੜਾ ਪੈਡੀ ਦੀ ਕਲਟੀਵੇਸ਼ਨ ਵਾਸਤੇ ਚਾਹੀਦਾ ਹੁੰਦਾ। ਦੈਟਸ ਇਟ ਗਾਈਜ਼, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗਿਆ ਹੋਵੇਗਾ ਐਂਡ ਤੁਹਾਡੇ ਪ੍ਰੋਪਰ ਐਗਜ਼ਾਮ ਓਰੀਐਂਟਿਡ ਕੁਐਸਚਨਸ ਆ, ਤੁਸੀਂ ਮੈਕਸਿਮਮ ਜੋ ਹੈ ਇਨਫੋਰਮੇਸ਼ਨ ਅਵੇਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਨਾਓ ਜੋ ਹੈ ਆਪਣੀ ਵੈਬਸਾਈਟ ਹੈ ਦੈਟ ਇਜ਼ www.cbsexamguru.in 'ਤੇ ਵਿਜ਼ਿਟ ਕਰਨਾ, ਸਟੋਰ ਵਿਜ਼ਿਟ ਕਰਕੇ ਤੁਸੀਂ ਉੱਥੇ ਜਿਹੜੇ ਹੈ ਕਰੈਸ਼ ਕੋਰਸਿਸ ਐਂਡ ਜੋ ਹੈ ਆਪਣੀ ਟੈਸਟ ਮੌਕ ਟੈਸਟ ਸੀਰੀਜ਼ ਦੀ ਪ੍ਰੋਪਰ ਇਨਫੋਰਮੇਸ਼ਨ ਲੈ ਸਕਦੇ ਹੋ ਐਂਡ ਪਰਚੇਜ਼ ਕਰ ਸਕਦੇ ਹੋ। ਫਰਦਰ ਤੁਸੀਂ ਜਿਹੜਾ ਹੈ ਕਾਲ ਕਰ ਸਕਦੇ ਹੋ ਦੈਟ ਇਜ਼ 7814109600 'ਤੇ ਕਾਲ ਕਰਕੇ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ। ਓਕੇ ਗਾਇਸ, ਤੁਸੀਂ ਪਲੀਜ਼ ਲਾਈਕ ਸ਼ੇਅਰ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ ਐਂਡ ਜੋ ਸੈਸ਼ਨ ਹੈ ਤੁਹਾਨੂੰ ਅੱਛਾ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਕਿੱਦਾਂ ਲੱਗਿਆ। ਓਕੇ, ਸੋ ਦੈਟਸ ਇਟ, ਥੈਂਕ ਯੂ, ਬਾਏ ਬਾਏ।